ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਰਹਿਮਤ ਦਾ ਸਦਕਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਕਉ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ। ਸੋਦਰ ਸੰਧਿਆ ਜੀ ਕੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਵਡਭਾਗੀ ਹਾਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਨਾਲ ਨਿਤਨੇਮ ਅਨੁਸਾਰ ਗੁਰੂ ਜੀ ਕੇ ਚਰਨਾਂ ਵਿੱਚ ਪੁੱਜੇ ਹੋ। ਸਤਿਗੁਰਾਂ ਦੀ ਅਮੋਲਕ ਬਾਣੀ ਦੇ ਪਾਠ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰਾਂ ਦੀ ਹੀ ਮਿਹਰ ਦਾ ਸਦਕਾ ਨਿਤਨੇਮ ਅਨੁਸਾਰ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਜੋ ਵੇਦਾਂ ਦੇ ਅਵਤਾਰ 17 ਭੱਟਾਂ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦੀ ਸ਼ੋਭਾ ਗੁਰੂ ਦੀ ਉਪਮਾ ਕਰਦਿਆਂ ਉਚਾਰਨ ਕੀਤੀ ਹੈ। ਉਸ ਬਾਣੀ ਦੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਮਹਾਰਾਜ ਦੇ ਸਵਈਆਂ ਦੀ ਕਥਾ ਚੱਲ ਰਹੀ ਹੈ। ਆਓ ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸੁਣ ਹਰ ਕਥਾ ਉਤਾਰੀ ਮਹਿਲ। ਮਹਾਪੁਨੀਤ ਭਏ ਸੁਖ ਸੈਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਂ ਤਾਂ ਹਜ਼ਰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈਂ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪਰਵਾਨ। ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀ। ਕੱਲ ਸਹਾਰ ਭੱਟ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰਥਾਏ ਸ਼ੋਭਾ ਵਡਿਆਈ ਦੇ ਬਚਨ ਉਚਾਰ ਰਹੇ ਹਨ। हे श्री गुरु अंगद देव महाराज,
ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚੋਂ, ਹਜ਼ਰਤ ਕਹੀਏ ਹਜ਼ੂਰੀ ਵਿੱਚੋਂ, ਇਹ ਲਹਿਣੇ ਤੋਂ ਗੁਰੂ ਅੰਗਦ ਬਣਨ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਕੀਤਾ। ਕਿਹੜਾ ਮਾਣ? ਸੇਵਕ ਤੋਂ ਗੁਰੂ ਬਣਨ ਦਾ। ਕਿੱਥੇ ਸੇਵਕ, ਕਿੱਥੇ ਗੁਰੂ। ਇਹ ਜਿਹੜਾ ਮਾਣ ਤੁਸੀਂ ਪ੍ਰਾਪਤ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ਰਤ ਕਹੀਏ ਹਜ਼ੂਰੀ, ਆਪ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਸੇਵਿਆ ਗੁਰ ਪ੍ਰਵਾਨ। ਗੁਰ ਪ੍ਰਵਾਨ ਦਾ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਚੌਹਾਂ ਵਰਨਾਂ ਵਿੱਚ, ਛੇਆਂ ਦਰਸ਼ਨਾਂ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਗੁਰੂ ਮੰਨੇ ਗਏ, ਸਭ ਦੇ ਸਾਂਝੇ, ਸਭ ਨੇ ਸਿਰ ਨਵਾਇਆ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਵਾਨ ਗੁਰੂ। ਬਾਕੀ ਤਾਂ ਚੇਲੇ ਚਾਟੜਿਆਂ ਦੇ ਬਣਾਏ ਕੋਈ ਗੁਰੂ ਬਥੇਰੇ ਲੱਭਦੇ ਨੇ, ਪਰ ਸਤਿਗੁਰੂ ਨਾਨਕ ਦੇਵ ਜੀ ਐਸੇ ਗੁਰੂ ਜੋ ਸੱਚਖੰਡ ਵਿੱਚ ਵੀ ਪ੍ਰਵਾਨ, ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਪ੍ਰਵਾਨ, ਜਿਨ੍ਹਾਂ ਨੂੰ ਨਿਰੰਕਾਰ ਨੇ ਬਚਨ ਕੀਤਾ ਹੋਵੇ, ਮੈਂ ਪਾਰ ਬ੍ਰਹਮ ਪਰਮੇਸ਼ਰ, ਹੈ ਨਾਨਕ ਤੂੰ ਗੁਰ ਪਰਮੇਸ਼ਰ। ਇਹ ਪਦਵੀ ਪ੍ਰਵਾਨ ਉਹਨਾਂ ਦੇ ਦਰ ਤੋਂ ਤੁਸੀਂ ਹਾਜ਼ਰਾ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਸੇਵਕ ਤੋਂ ਗੁਰੂ ਬਣਨ ਦੀ ਪਦਵੀ ਪ੍ਰਾਪਤ ਕੀਤੀ ਹੈ। ਸਾਧ ਅਜਗਰ ਜਿਨ ਕੀਆ ਉਨਮਾਨ। ਉਨਮਾਨ ਦਾ ਅਰਥ ਇੱਥੇ ਵਿਚਾਰ, ਗਿਆਨ, ਸ੍ਰੇਸ਼ਟ ਬੁੱਧੀ। ਸਾਧ ਕਹੀਏ ਸਾਧਿਆ ਹੋਇਆ, ਸਾਧ ਕੇ ਧੱਦੇ ਨੂੰ ਸਿਆਰੀ ਹੈ। ਅਜਗਰ ਜੋ ਨਾ ਬਸ ਆਉਣ ਵਾਲਾ ਸੱਪ, ਸਭ ਤੋਂ ਵੱਡਾ ਸੱਪ ਅਜਗਰ ਮੰਨਿਆ, ਜਿਹਦੇ ਉੱਤੇ ਨਾ ਮੰਤਰ ਚੱਲਦਾ, ਨਾ ਕੋਈ ਦਵਾਈ ਚੱਲਦੀ ਹੈ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੁਸੀਂ ਉਸ ਅਜਗਰ ਸੱਪ ਨੂੰ, ਜੋ ਹਉਮੈ ਦਾ ਸੱਪ ਸਾਨੂੰ ਚਿੰਬੜਿਆ ਹੋਇਆ, ਇਹ ਵੀ ਕੋਈ ਦਵਾਈ ਨਹੀਂ ਮੰਨਦਾ ਗੁਰਮੁਖ ਪਿਆਰਿਓ, ਨਾ ਇਹ ਕਿਸੇ ਮੰਤਰ ਹੇਠ ਆਉਂਦਾ ਜਿਹੜਾ ਸਾਡਾ ਹੰਕਾਰ ਹੈ, ਹਉਮੈ। ਇਹ ਅਜਗਰ ਹੈ, ਕੋਈ ਦਵਾਈ ਆਪਾਂ ਤਾਂ ਕੀ ਵਸ ਚੱਲੇਗੀ। ਨੌਵੇਂ ਪਾਤਸ਼ਾਹ ਜੀ ਬਚਨ ਕਰ ਗਏ, ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਆਪਣੀ ਤਾਂ ਗੱਲੇ ਕੀ, ਇਹਨੂੰ ਮਿਟਾ ਦਈਏ। ਇਹ ਤਾਂ ਨੌਵੇਂ ਪਾਤਸ਼ਾਹ ਕਹਿੰਦੇ ਵੇ ਬਥੇਰੇ ਯਤਨ ਕਰੋ, ਇਹ ਨਹੀਂ ਹਟਦਾ, ਇਹ ਫੇਰ ਪੁੰਗਰ ਆਉਂਦਾ। ਕਿਉਂ? ਦੀ ਜੜ ਹਿਰਦੇ ਵਿੱਚ ਹੈ, ਇਹਦਾ ਬੀਜ ਹਿਰਦੇ ਵਿੱਚ ਹੈ। ਜੇ ਬਾਹਾਂ ਵਿੱਚ ਹੋਵੇ, ਲੱਤਾਂ ਵਿੱਚ ਹੋਵੇ, ਪੇਟ ਵਿੱਚ ਹੋਵੇ, ਆਪਰੇਸ਼ਨ ਕਰਕੇ ਕਢਾ ਦਈਏ। ਇਹਦਾ ਬੀਜ, ਇਹਦਾ ਮੂਲ ਹਿਰਦੇ ਵਿੱਚ ਹੈ। ਤਾਂ ਗੁਰਸਿੱਖ ਪਿਆਰਿਓ, ਇਹ ਅਜਗਰ ਨਾ ਬਸ ਪਾਉਣ ਵਾਲਾ ਸੱਪ ਜੋ ਹਉਮੈ ਦਾ ਹੈ, ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਇਹਨੂੰ ਸਾਧ ਲਿਆ, ਤੁਸੀਂ ਇਹਨੂੰ ਕਾਬੂ ਕਰ ਲਿਆ, ਤੁਸੀਂ ਇਹਨੂੰ ਆਪਣੇ ਅਧੀਨ ਕਰ ਲਿਆ, ਭਾਵ ਇਹਨੂੰ ਮਾਰ ਲਿਆ ਹੈ, ਖਤਮ ਕਰ ਦਿੱਤਾ ਹੈ। ਹਰ ਹਰ ਦਰਸ ਸਮਾਨ। ਤੇ ਹੁਣ ਇੱਥੇ ਸਮਝਣਾ, ਇੱਥੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ, ਹਰ ਹਰ ਦਰਸ ਸਮਾਨ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਜਦੋਂ ਤੁਸੀਂ ਹਉਮੈ ਖਤਮ ਕਰ ਦਿੱਤਾ, ਹੰਕਾਰ ਰੂਪੀ ਸੱਪ ਨੂੰ ਸਾਧ ਲਿਆ, ਹੁਣ ਤੁਹਾਡਾ ਜੋ ਦਰਸ਼ਨ ਹੈ ਉਹ ਹਰੀ ਪ੍ਰਮਾਤਮਾ ਦੇ ਹੀ ਸਮਾਨ ਹੈ। ਵੇਖੋ ਕਿੱਡੀ ਪਦਵੀ ਦਿੱਤੀ। ਇਹੀ ਪਦਵੀ ਇੱਕ ਜਗ੍ਹਾ ਨਹੀਂ, ਸਿੱਖੋ ਆਪਾਂ ਨੂੰ ਬਹੁਤ ਜਗ੍ਹਾ ਦਿੱਤੀ ਹੈ ਕਿ ਜਦੋਂ ਤੇਰੇ ਵਿੱਚੋਂ ਮੈਂ ਦਾ ਨਾਸ ਹੋ ਗਿਆ, ਫਿਰ ਤੂੰ ਹੀ ਰੱਬ ਦਾ ਰੂਪ ਹੈ, फिर तू ही परमेश्वर है। जब हम होते तब तू नहीं, अब तू ही मैं नहीं। जिहदे विचों हंकार खत्म हो गया, बस वो तां हार हार जान दोई एक है, बिब विचार किश नाहे, जलते उपज तरंग ज्यों जल ही विखै समाहे। उसे नूं सतगुरां दी बाणी ने कहता, जिन्हें मैं नूं छड़ दिता, हंकार नाश कर दिता अपना, ਉਹਨੂੰ ਤਾਂ ਸਤਿਗੁਰ ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਤੁਕ ਬਾਬਾ ਲਹਿਣਾ ਜੀ ਤੇ ਬਿਲਕੁਲ ਐਨ ਸਾਖਸ਼ਾਤ ਪ੍ਰਗਟ ਹੈ। ਬਾਬਾ ਲਹਿਣਾ ਜੀ ਸੇਵਕ ਸਨ ਗੁਰੂ ਨਾਨਕ ਦੇਵ ਜੀ ਦੇ, ਪਰ ਜਦ ਉਹਨਾਂ ਨੇ ਅਜੱਗਰ ਹਉਮੈ ਦਾ ਸੱਪ ਖਤਮ ਕਰ ਦਿੱਤਾ ਤਾਂ ਗੁਰਮੁਖ ਪਿਆਰਿਓ ਗੁਰੂ ਨਾਨਕ ਵਰਗੇ ਹੀ ਬਣ ਗਏ।
ਹਰ ਕਾ ਸੇਵਕ ਸੋ ਹਰ ਜਿਹਾ। ਸ੍ਰੀ ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਹਰ ਕਰ ਦਰਸ ਸਮਾਨ। ਹਰ ਹਰ ਦੋ ਵਾਰ ਆਇਆ। ਦੂਜਾ ਅਰਥ ਦਾ ਸੰਪਰਦਾ ਵਿੱਚ ਹੈ, ਇੱਕ ਹਰ ਕਹੀਏ ਬ੍ਰਹਮਾ, ਇੱਕ ਹਰ ਕਹੀਏ ਵਿਸ਼ਨੂੰ, ਤੇ ਦੋ ਹਰ ਆਦ ਅੰਤ ਆ ਜਾਵੇ ਤੇ ਮਦ ਆਪੇ ਆ ਜਾਣ। ਇੱਕ ਹਰ ਕਹੀਏ ਤੀਸਰਾ ਸ਼ਿਵ ਜੀ। ਇਹ ਵਾਹਿਗੁਰੂ, ਇਹ ਗੁਰੂ ਅੰਗਦ ਦੇਵ ਮਹਾਰਾਜ, ਇਹ ਦੁਨੀਆ ਤਿੰਨ ਦੇਵਤਿਆਂ ਦੇ ਦਰਸ਼ਨਾਂ ਨੂੰ ਲੋੜਦੀ ਫਿਰਦੀ ਹੈ, ਪਰ ਜੇ ਕੋਈ ਤੁਹਾਡੇ ਦਰਸ਼ਨ ਕਰ ਲਵੇ, ਤਿੰਨਾਂ ਦੇ ਇਕੱਠੇ ਹੀ ਦਰਸ਼ਨ ਹੋ ਜਾਣ। ਹਰ ਹਰ ਦਰਸ ਸਮਾਨ। ਤੀਸਰਾ ਅਰਥ ਸੰਪਰਦਾਈ। ਇਹ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਹਉਮੈ ਰੂਪੀ ਸੱਪ ਨੂੰ ਖਤਮ ਕਰ ਦਿੱਤਾ ਹੈ, ਮੈਨੂੰ ਨਿਵਾਰ ਦਿੱਤਾ ਹੈ। ਤੇ ਪੰਜ ਪਿਆਰੇ ਵੇਖੋ ਸਿੱਖ ਧਰਮ ਦੇ ਵਿੱਚ ਕਿੰਨੀ ਉਪਮਾ ਰੱਖਦੇ ਨੇ, ਕਿੰਨੀ ਵਡਿਆਈ ਉਹਨਾਂ ਨੂੰ ਮਿਲੀ। ਪਰ ਖਿਮਾ ਕਰ ਦੇਣਾ, ਕਿਤੇ ਇਹ ਨਾ ਸਮਝ ਲਿਓ ਸਿਰ ਦੇਣ ਖਾਤਰ ਵਡਿਆਈ ਮਿਲੀ ਹੈ। ਸਿਰ ਦਿੱਤੇ ਤੋਂ ਵਡਿਆਈ ਮਿਲੀ ਹੈ। ਉਹ ਪੁੱਛ ਲੋ ਬਾਣੀ ਤੋਂ, ਸਿਰ ਦੇਣ ਤੋਂ ਪਹਿਲਾਂ ਉਹਨਾਂ ਦੀ ਕੋਈ ਅਵਸਥਾ ਆਈ ਹੈ। ਸਿਰ ਦੀਜੈ ਆਪ ਗਵਾਏ। ਉਹਨਾਂ ਦੇ ਵਿੱਚੋਂ ਪਹਿਲਾਂ ਆਪਾ ਭਾਵ ਖਤਮ ਹੋਇਆ। ਜੇ ਕਿਤੇ ਇਹ ਖਿਆਲ ਉਹਨਾਂ ਦੇ ਮਨ ਵਿੱਚ ਹੁੰਦਾ ਸਿਰ ਮੇਰਾ ਹੈ, ਤੇ ਕਿੱਥੇ ਵਢਾ ਲੈਂਦੇ ਗੁਰਸਿੱਖ ਪਿਆਰੇ। ਉਹ ਆਪਾ ਭਾਵੇ ਖਤਮ ਹੋ ਗਿਆ। ਸਿਰ ਮੇਰਾ ਨਹੀਂ, ਇਹ ਤਾਂ ਗੁਰੂ ਦਾ, ਚਾਹੇ ਵੱਡੇ ਚਾਹੇ ਰੱਖੇ, ਮੈਂ ਕਿਉਂ ਇਹਦੇ ਵਿੱਚ ਦਖਲਅੰਦਾਜ਼ੀ ਦੇਣੀ ਹੈ। ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਪਹਿਲਾਂ ਹਉਮੈ ਦਾ ਨਾਸ਼ ਹੋਇਆ, ਹਉਮੈ ਖਤਮ ਹੋਇਆ। ਮੈਂ ਭਾਵ ਹੈ ਜਿਹੜਾ ਉਹ ਖਤਮ ਹੋਇਆ। ਤੇ ਜਦੋਂ ਉਹ ਖਤਮ ਹੋ ਜਾਵੇ ਗੁਰਸਿੱਖ ਪਿਆਰਿਓ, ਫਿਰ ਤਾਂ ਪਿਆਰੇ ਪਿਆਰੇ, ਫਿਰ ਤਾਂ ਰੱਬੇ ਰੱਬ ਹੈ, ਫਿਰ ਤਾਂ ਪਰਮੇਸ਼ਰ ਹੀ ਪਰਮੇਸ਼ਰ ਹੈ। ਉਹ ਆਪਾ ਭਾਵ ਗਵਾਉਣਾ ਹੀ ਸਿਰ ਦੇਣਾ। ਸਿਰ ਦੀਜੈ ਆਪ ਗਵਾਏ। ਤੇ ਜੇ ਕਿਤੇ ਇਹ ਭਾਵ ਹੋਵੇ ਕਿ ਮੈਂ ਸਿਰ ਦਿੱਤਾ, ਉਹ ਜਿਹੋ ਜਿਹਾ ਦਿੱਤਾ ਜਿਹੋ ਜਿਹਾ ਨਾ ਦਿੱਤਾ, ਫਿਰ ਤਾਂ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਰ ਹਰ ਦਰਸ ਸਮਾਨ। ਤੀਸਰਾ ਅਰਥ ਹੈ ਗੁਰੂ ਅੰਗਦ ਦੇਵ ਜੀ, ਤੁਸੀਂ ਹਉਮੈ ਦਾ ਨਾਸ਼ ਕਰ ਦਿੱਤਾ। ਹਉਮੈ ਦੇ ਹੰਕਾਰ ਦੇ ਅਜੱਗਰ ਸੱਪ ਨੂੰ ਮਾਰ ਦਿੱਤਾ ਹੈ। ਤੇ ਹੁਣ ਤੁਸੀਂ ਨਹੀਂ ਰਹੇ, ਤੁਸੀਂ ਹਰੀ ਵਿੱਚ ਸਮਾ ਗਏ, ਪਰਮਾਤਮਾ ਵਿੱਚ ਹੀ ਸਮਾ ਗਏ। ਇੱਕ ਗਲਾਸ ਪਾਣੀ ਦਾ ਇੱਥੇ ਝੀਲ ਵਿੱਚ ਸਮੁੰਦਰ ਵਿੱਚ ਗੇਰ ਦੋ, ਬਸ ਉਹ ਗਲਾਸ ਨੇ ਆਪਾ ਖਤਮ ਕੀਤਾ। ਫਿਰ ਕੀ ਬਣਿਆ? ਉਹ ਗਲਾਸ ਨਹੀਂ ਰਿਹਾ, ਉਸੇ ਦਾ ਨਾਮ ਸਮੁੰਦਰ ਹੋ ਗਿਆ। ਆਖੋ ਸਤ। ਉਹਨੂੰ ਗਲਾਸ ਨਹੀਂ ਕਹਿਣਾ ਕਿਸੇ ਨੇ, ਗਲਾਸ ਪਾਣੀ ਦਾ ਘੇਰਿਆ ਸੀ, ਨਹੀਂ ਨਹੀਂ, ਕਿਉਂਕਿ ਉਹਨੇ ਖਤਮ ਕਰ ਲਿਆ ਆਪਣਾ, ਉਹ ਦਿਖੇ ਨਹੀਂ ਰਿਹਾ। ਉਸ ਗਲਾਸ ਦਾ ਨਾਮ ਵੀ ਸਮੁੰਦਰ ਹੋ ਜਾਣਾ। ਗਲਾਸ ਤਾਂ ਵੱਡੀ ਚੀਜ਼ ਹੈ। ਮਿਰ ਸਾਗਰ ਬੂੰਦ ਨਹੀਂ ਅਨਹੇਰਾ। ਅਨ ਕਹੀਏ ਦੂਜਾ, ਖੇਰ ਕਹੀਏ ਦੇਖਣਾ। ਕਿੱਡਾ ਵੱਡਾ ਸਮੁੰਦਰ ਤੇ ਕਿੱਡੀ ਵੱਡੀ ਇੱਕ ਬੂੰਦ, ਇੱਕ ਡ੍ਰੌਪ, ਕਤਰਾ ਪਾਣੀ ਦਾ, ਛੋਟੀ ਜੀ। ਜਦੋਂ ਸਮੁੰਦਰ ਵਿੱਚ ਆਪਣੇ ਆਪ ਨੂੰ ਮਿਲਾ ਲੈਂਦੀ ਹੈ, ਉਸ ਬੂੰਦ ਦਾ ਨਾਮ ਹੀ ਸਮੁੰਦਰ ਹੋ ਜਾਂਦਾ ਹੈ। ਉਹਨੇ ਆਪਾ ਖਤਮ ਕਰ ਦਿੱਤਾ, ਆਪ ਨਹੀਂ ਰਹੀ, ਬਸ ਸਮੁੰਦਰ ਬਣ ਗਈ। ਇਸੇ ਤਰ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਆਪ ਖਤਮ ਕੀਤਾ, ਮੈਂ ਨਹੀਂ ਹੈ, ਹੰਕਾਰ ਖਤਮ ਕਰ ਦਿੱਤਾ, ਉਹ ਗੁਰੂ ਦਾ ਹੀ ਸਰੂਪ ਹੋ ਗਏ। ਉਹ ਗੁਰੂ ਵਿੱਚ ਹੀ ਸਮਾ ਗਏ। ਹਰ ਹਰ ਦਰਸ ਸਮਾਨ। ਬਸ ਉਹ ਸਮਾ ਗਏ ਹਰੀ ਦੇ ਵਿੱਚ ਹੀ। ਕਿਉਂ ਗੁਰੂ ਅੰਗਦ ਦੇਵ ਜੀ ਤੁਸੀਂ ਸਮਾ ਗਏ? ਕਿਉਂਕਿ ਤੁਸੀਂ ਸਾਧ ਅਜਗਰ ਸਾਧ ਲਿਆ ਹਉਮੈ ਰੂਪੀ ਸੱਪ ਨੂੰ। ਆਤਮਾਵੰਤ ਰਹਿ ਗਿਆ ਜੀ ਪਾਠ। ਹਰ ਹਰ ਹੋ ਗਿਆ ਜੀ। ਹਰ ਹਰ ਦਰਸ ਸਮਾਨ। ਆਤਮਾਵੰਤ ਗਿਆਨ। ਆਤਮਾਵੰਤ ਗਿਆਨ। ਆਤਮਾ ਫਿਰ ਕੀ ਹੋ ਗਿਆ ਗੁਰਸਿੱਖ ਪਿਆਰਿਓ? ਜਦੋਂ ਹਉਮੈ ਨੇ ਖਤਮ ਹੋਣਾ ਨਾ, ਇਹੀ ਇੱਕ ਪੜਦਾ ਹੈ ਜੋ ਸਾਨੂੰ ਅਗਿਆਨੀ ਬਣਾਈ ਫਿਰਦਾ। ਇਹੀ ਇੱਕ ਪੜਦਾ ਜੋ ਰੱਬ ਤੋਂ ਸਾਡੇ ਵਿੱਚ ਕੰਧ ਬਣਾਈ ਫਿਰਦਾ। ਉਹ ਆਤਮਾਵੰਤ। ਵੰਤ ਇੱਥੇ ਲੈਣਾ ਹੈ ਭਗਵੰਤ ਈਸ਼ਵਰ ਵਾਹਿਗੁਰੂ। ਆਤਮਾ ਕਹੀਏ ਮਨ, ਗਿਆਨ ਕਹੀਏ ਗਿਆਨ। ਇਹਦਾ ਅਰਥ ਕੀ ਹੋ ਗਿਆ? ਬ੍ਰਹਮ ਗਿਆਨ, ਆਪਣੇ ਆਪ ਦਾ ਗਿਆਨ। ਤੇ ਆਪਣੇ ਆਪ ਦਾ ਗਿਆਨ ਉਦੋਂ ਹੀ ਹੋਣਾ ਹੈ ਕਿਸੇ ਯੂਨੀਵਰਸਿਟੀ ਵਿੱਚੋਂ, ਕਿਸੇ ਵਿਦਵਾਨਾਂ ਕੋਲ ਪੜ੍ਹ ਕੇ, ਕੋਈ ਡਿਗਰੀਆਂ ਲੈ ਕੇ। ਇਹ ਆਤਮਾਵੰਤ ਗਿਆਨ ਨਹੀਂ ਹੈ, ਇਹ ਭੌਤਿਕਵਾਦ ਗਿਆਨ ਹੈ। ਜਿਤਨੀ ਵੀ ਸੰਸਾਰ ਦੀ ਪੜ੍ਹਾਈ ਹੈ, ਇਹ ਬਣੀ ਹੋਈ ਚੀਜ਼ ਦਾ ਗਿਆਨ ਹੈ ਗੁਰਸਿੱਖ ਪਿਆਰਿਓ, ਬਣਾਉਣ ਵਾਲੇ ਦਾ ਗਿਆਨ ਨਹੀਂ ਹੈ। ਜੇ ਕਿਤੇ ਬਣਾਉਣ ਵਾਲੇ ਦਾ ਗਿਆਨ ਇਹਨਾਂ ਪੜ੍ਹਾਈਆਂ ਵਿੱਚ ਹੁੰਦਾ,
ਹੁਣ ਤਾਂ ਸਾਰੇ ਹੀ ਪੜ੍ਹੇ ਹੋਏ ਆ, ਰੱਬ ਨੂੰ ਮਿਲ ਲੈਂਦੇ ਅਸੀਂ, ਹੁਣ ਤਾਂ ਰੱਬ ਦਾ ਪਤਾ ਲੱਗ ਜਾਂਦਾ ਸਾਨੂੰ। ਇਹ ਜਿਹੜੀ ਵਿਦਿਆ ਹੈ ਇਹ ਨਾਸ ਵਿਦਿਆ ਹੈ, ਅਬਨਾਸ਼ੀ ਨਹੀਂ ਹੈ, ਬਨਾਸੀ ਵਿਦਿਆ ਹੈ। ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਬੜੇ ਬੜੇ ਪੰਡਤ ਵਿਦਵਾਨ ਬਨਾਰਸ ਕਾਂਸੀ ਦੇ ਬਹਿਸ ਕਰਦੇ ਸੀ ਕਬੀਰ ਸਾਹਿਬ ਨਾਲ। ਉਹ ਵੇਦ ਪੁਰਾਣ ਸ਼ਾਸਤਰ ਪੜ੍ਹੇ ਹੋਏ ਸੀ, ਬਹੁਤ ਵਿਦਵਾਨ ਸਨ। ਉਹਨਾਂ ਬਾਬਤ ਕਬੀਰ ਸਾਹਿਬ ਨੇ ਕਹਿ ਦਿੱਤਾ ਹੈ, ਪੰਡਤੋ ਵਿਦਵਾਨੋ ਵਿਦਿਆ ਮਾੜੀ ਨਹੀਂ ਹੈ, ਪਰ ਇਹ ਅੱਖਰ ਖਿਰ ਜਾਣਗੇ। ਇਹ ਜਿਹੜੇ ਤੁਸੀਂ ਅੱਖਰ ਵਿਦਿਆ ਦੇ ਪੜ੍ਹੀ ਫਿਰਦੇ ਹੋ ਨਾ, ਡਿਗਰੀਆਂ ਵੇਦ ਪੁਰਾਣ ਸ਼ਾਸਤਰ, ਇਹ ਬਨਾਸੀ ਹਨ, ਇੱਕ ਦਿਨ ਖਤਮ ਹੋ ਜਾਣੇ। ਕੱਲ ਤੁਹਾਡੇ ਕੋਲ ਕੋਈ ਵਿਦਵਾਨ ਆਇਆ, ਪਿਛਲੇ ਹਫ਼ਤੇ ਆਇਆ, ਤੁਸੀਂ ਬਹੁਤ ਵਾਹ ਵਾਹ ਕੀਤੀ ਕਿ ਬਹੁਤ ਚੰਗਾ ਵਿਦਵਾਨ ਹੈ, ਇਹਦੇ ਵਰਗੀ ਕਥਾ ਕਿਸੇ ਨੇ ਨਹੀਂ ਕੀਤੀ। ਪਰਸੋਂ ਨੂੰ ਕੋਈ ਹੋਰ ਆ ਜਾਣਾ, ਤੁਸੀਂ ਪਿਛਲਾ ਭੁੱਲ ਜਾਣਾ, ਉਹਦੇ ਪਿੱਛੇ ਝੱਗਾ ਚੱਕੀ ਫਿਰੋਗੇ। ਅਜੇ ਆਖੋ ਸਤਨਾਮ, ਇਹਦੇ ਵਰਗਾ ਹੀ ਕੋਈ ਨਹੀਂ, ਅੱਜ ਤੱਕ ਆਇਆ ਹੀ ਨਹੀਂ। ਅਗਲੇ ਵੀ ਕੋਈ ਹੋਰ ਆ ਜਾਣਾ ਗਿਆਨਾ ਸੂ, ਕਹੋਗੇ ਇਹਦੇ ਵਰਗਾ ਅੱਜ ਤੱਕ ਆਇਆ ਹੀ ਨਹੀਂ। ਗ੍ਰੰਥ ਬੜੇ ਲਿਖੇ ਵਿਦਵਾਨਾਂ ਨੇ, ਉਹ ਅਸੀਂ ਬੜੀ ਉਪਮਾ ਕਰਦੇ ਹਾਂ ਕਿ ਗ੍ਰੰਥ ਬੜਾ ਸੋਹਣਾ ਲਿਖੇ, ਇਹਦੇ ਵਰਗਾ ਗ੍ਰੰਥ ਕੱਲ ਨੂੰ ਕਿਸੇ ਨੇ ਹੋਰ ਲਿਖ ਦੇਣਾ, ਉਹਦੇ ਤੇ ਚਾਦਰ ਪਾ ਦੇਣੀ ਹੈ, ਤੁਸੀਂ ਨਵਾਂ ਗ੍ਰੰਥ ਖੋਲ ਲੈਣਾ। ਗੁਰਸਿੱਖ ਪਿਆਰਿਓ, ਇਹ ਜਿਹੜੀ ਸੰਸਾਰ ਦੀ ਵਿਦਿਆ ਆਉਣੀ ਜਾਣੀ ਹੈ, ਖਿਰ ਜਾਹੇਂਗੇ। ਇਹ ਸੰਸਾਰ ਦੀ ਵਿਦਿਆ ਦੇ ਅੱਖਰ ਨਾਸ ਹੋ ਜਾਣਗੇ। ਇਹ ਤਾਂ ਘਟਦੇ ਵੱਧਦੇ ਰਹਿੰਦੇ ਨੇ, ਓਏ ਅੱਖਰ ਇਨਮੈ ਨਾ ਹੈ। ਇਹ ਜਿਹੜੀ ਸੰਸਾਰ ਦੀ ਵਿਦਿਆ, ਕਬੀਰ ਸਾਹਿਬ ਕਹਿੰਦੇ ਓਏ ਆਖਰ, ਦੋ ਪਾਠ ਨੇ ਇਹਦੇ ਭਾਈ, ਇੱਕ ਅੱਖਰ ਇੱਕ ਆਖਰ। ਉਹ ਅੱਖਰ ਜਿਹੜੇ ਵਾਹਿਗੁਰੂ ਦੇ ਅੱਖਰ ਹਨ, ਜਿਨ੍ਹਾਂ ਨੂੰ ਇੱਕ ਹੋਰ ਸਾਦਾ ਜਿਹਾ ਪ੍ਰਮਾਣ ਲੈ ਲੋ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਦੇਖੋ ਅੱਖਰ ਦੀ ਵਿਆਖਿਆ ਬਾਣੀ ਵਿੱਚੋਂ ਹੀ ਲਓ, ਬਾਹਰ ਨਹੀਂ ਜਾਣਾ। ਉਹ ਜਿਹੜੇ ਅੱਖਰ ਦੋਏ, ਕਬੀਰ ਸਾਹਿਬ ਕਹਿੰਦੇ ਦੋ ਅੱਖਰ ਮੂੰਹ ਤੋਂ ਬੋਲੇ ਗੱਲ ਮੁੱਕ ਗਈ ਬਸ। ਉਹ ਦੋ ਅੱਖਰ ਨੇ ਰਾਰਾ ਤੇ ਮਮਾ ਰਾਮ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਹੁਣ ਜਿਹੜਾ ਰਾਮ ਹੈ, ਵਾਹਿਗੁਰੂ ਹੈ, ਈਸ਼ਵਰ ਹੈ, ਉਹ ਅੱਖਰ ਤਾਂ ਇੱਥੇ ਦੀ ਵਿਦਿਆ ਵਿੱਚ ਹੈ ਨਹੀਂ। ਕਿਸੇ ਜੁਗਰਾਫੀਏ ਵਿੱਚ ਰਾਮ ਪੜ੍ਹਿਆ ਤੁਸੀਂ, ਜੋਗ੍ਰਾਫੀ ਚ ਕਿਸੇ ਕੰਪਿਊਟਰ ਦੀ ਵਿਦਿਆ ਤੁਸੀਂ ਈਸ਼ਵਰ ਸ਼ਬਦ ਪੜ੍ਹਿਆ? ਕਦੇ ਵੀ ਨਹੀਂ ਹੋਣਾ ਗੁਰਸਿੱਖ ਪਿਆਰਿਓ। ਕਦੇ ਕਿਸੇ ਸਾਇੰਸ ਦੇ ਵਿੱਚ ਜਾਂ ਫਿਜ਼ੀਕਲ ਜਾਂ ਕੈਮਿਸਟਰੀ ਦੇ ਵਿੱਚ ਤੁਸੀਂ ਭਗਵਾਨ ਸ਼ਬਦ ਪੜ੍ਹਿਆ? ਕਿਸੇ ਨੇ ਆਉਣਾ ਹੀ ਨਹੀਂ। ਓਏ ਅੱਖਰ ਇਨਮੈ ਨਾਹੇ। ਇਹ ਸੰਸਾਰ ਦੀ ਵਿਦਿਆ ਬਿਨਾਸੀ ਹੈ, ਤੇ ਜਿਹੜੀ ਆਤਮਿਕ ਗਿਆਨ ਦੀ ਵਿਦਿਆ ਉਹ ਅਬਿਨਾਸ਼ੀ ਹੈ। ਉਹ ਸਤਿਯੁਗ ਵਿੱਚ ਵੀ ਉਹੀ ਸੀ, ਤ੍ਰੇਤੇ ਵਿੱਚ ਵੀ, ਹੁਣ ਵੀ, ਗਾਹਾਂ ਨੂੰ ਵੀ ਇੱਕੋ ਰਹੇਗੀ, ਕਿਉਂਕਿ ਸੱਚ ਕਦੇ ਬਦਲਿਆ ਹੀ ਨਹੀਂ ਜਾ ਸਕਦਾ। ਜਦ ਵੀ ਤਬਦੀਲੀ ਆਉਣੀ ਹੈ, ਝੂਠ ਵਿੱਚ ਆਉਣੀ ਹੈ। ਆਪਣੇ ਘਰਾਂ ਚ ਵੀ ਆਉਂਦੀ ਹੈ, ਛੱਡੋ ਵੇਦ ਪੁਰਾਣ ਸ਼ਾਸਤਰਾਂ ਨੂੰ। ਇੱਕ ਝੂਠ ਬੋਲ ਲੋ ਸਵੇਰੇ, ਦੁਪਹਿਰੇ ਨੂੰ ਕੁਝ ਹੋਰ ਕਹਿਣਾ ਪਊ, ਸਾਂਝ ਨੂੰ ਕੁਝ ਹੋਰ ਕਹਿਣਾ ਪਊ। ਦੂਜਾ ਦਿਨ ਚੜ ਗਿਆ, ਫਿਰ ਤਾਂ ਇੱਕ ਦੇ ਆਲੇ ਦੁਆਲੇ 15 ਝੂਠ ਇਕੱਠੇ ਹੋ ਜਾਣੇ ਆ। ਅੱਜ ਕੋ ਸਤਨਾਮ। ਤੇ ਸੱਚ ਬੋਲ ਲੈ, ਕਦੇ ਬਦਲਣਾ ਹੀ ਨਹੀਂ ਪੈਣਾ, ਕਦੇ ਵੀ ਤਬਦੀਲੀ ਨਹੀਂ ਆਵੇਗੀ। ਤੇ ਚੀਜ਼ ਉਹੀ ਸੱਚ ਹੁੰਦੀ ਹੈ ਜਿਹਦੇ ਵਿੱਚ ਤਬਦੀਲੀ ਨਾ ਆਵੇ। ਜਿਹਦੇ ਵਿੱਚ ਤਬਦੀਲੀ ਆ ਗਈ ਉਹ ਝੂਠ। ਨਾ ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਉਹੀ ਹੈ ਸੱਚ, ਉਹ ਆਤਮਾਵੰਤ ਗਿਆਨ। ਜਦੋਂ ਤੇਰੇ ਵਿੱਚੋਂ ਹਉਮੈ, ਝੂਠ ਦੀ, ਹੰਕਾਰ ਦੀ ਕੰਧ ਢਹਿ ਜਾਣੀ ਹੈ, ਉਦੋਂ ਤੈਨੂੰ ਬ੍ਰਹਮ ਗਿਆਨ, ਆਪੇ ਦਾ ਗਿਆਨ। ਬਸ ਇੱਥੇ ਇੱਕੋ ਇੱਕ ਫਾਰਮੂਲਾ, ਆਪੇ ਨੂੰ ਛੱਡ ਦੇ ਤੇ ਆਪੇ ਨੂੰ ਪਾ ਲੈ। ਅੱਜ ਕੇ ਆਖੋ ਸਤਿਨਾਮ। ਦੇਖੋ ਕੈਸਾ ਫਾਰਮੂਲਾ। ਉਸੇ ਚੀਜ਼ ਨੂੰ ਛੱਡਿਆ ਉਹੀ ਪ੍ਰਾਪਤ ਹੋ ਸਕਦੀ ਹੁੰਦੀ ਹੈ। ਭੁਲੇਖਾ ਨਾ ਪਾਓ। $10 ਦੁਕਾਨਦਾਰਾ 10 ਪਾਉਂਡ ਦੀ ਮੂੰਗਫਲੀ ਖਰੀਦੂਗਾ, ਹੱਥੋਂ ਛੱਡੂਗਾ, ਤਾਂ ਹੀ ਸ਼ਾਮ ਨੂੰ 15 ਬਣਾਊਗਾ। ਆਖੋ ਸਤਿਨਾਮ। ਜੇ ਪਹਿਲੇ ਹੀ ਨਾ ਕੋਲੋਂ ਛੱਡੇ ਤੇ 15 ਕਿੱਥੇ ਹੋਣੇ? ਐ ਸਟੋਰਾਂ ਵਾਲੇ ਤੁਸੀਂ ਜੇ 1000 ਪਾਉਂਡ ਦਾ ਸੌਦਾ ਪਹਿਲਾਂ ਆਪਣੇ ਘਰੋਂ ਲਾ ਕੇ ਨਾ ਲਿਆਓ ਤੇ 1000 ਦਾ 1500 ਕਿੱਥੇ ਹੋਣ ਲੱਗੇ? ਬਸ ਇੱਥੇ ਵੀ ਇਹੀ ਸੌਦਾ ਸਰੀਰ ਰੂਪੀ ਹੱਟ ਵਿੱਚ ਵਿਕ ਰਿਹਾ ਹੈ। ਇਹ ਪਹਿਲਾ ਜਿਹੜਾ ਤੇਰਾ ਮੈਂ ਹੈ ਨਾ, ਉਹਨੂੰ ਛੱਡ ਦੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਬਾਬਾ ਲਹਿਣਾ ਸਾਹਿਬ ਜੀ ਨੂੰ ਭੱਟ ਕਹਿੰਦੇ ਹਨ, ਸਤਿਗੁਰੂ ਤੁਸੀਂ ਆਤਮਾਵੰਤ ਗਿਆਨ, ਬ੍ਰਹਮ ਵਿਦਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ। ਕਿਉਂ ਹੋ ਗਈ? ਕਿਉਂਕਿ ਅਜਗਰ, ਆਜਗਰ, ਜਿਹੜਾ ਸਭ ਤੋਂ ਵੱਡਾ ਹਉਮੈ ਹੰਕਾਰ ਦਾ ਸੱਪ ਸੀ, ਉਸ ਨੂੰ ਤੁਸੀਂ ਸਾਧ ਲਿਆ ਹੈ। ਜਾਣਿਆ ਅਕਲ ਗਤ
ਗੁਰ ਪਰਵਾਨ। ਜਾਣੀ ਅਕਲਗਤ ਗੁਰ ਪ੍ਰਵਾਨ। ਤੁਸੀਂ ਗੁਰੂ ਪ੍ਰਵਾਨ ਤੋਂ, ਗੁਰੂ ਦੀ ਸ਼ਰਧਾ ਤੋਂ, ਪ੍ਰਵਾਨ ਦਾ ਹਿੰਦੀ ਵਿੱਚ ਅਰਥ ਸ਼ਰਧਾ ਵੀ ਹੈ ਗੁਰਮੁਖ ਪਿਆਰਿਓ, ਪ੍ਰੇਮ ਭਾਵਨਾ। ਤੁਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸ਼ਰਧਾ ਪ੍ਰੇਮੀ ਬਣ ਕੇ ਜਾਣ ਲਈ ਹੈ। ਕਿਹੜੀ? ਅਕਲਗਤ। ਜਿੱਥੇ ਅਕਲ ਪਾਠ ਆਉਂਦਾ ਨਾ ਬਾਣੀ ਵਿੱਚ, ਉਥੇ ਹੈ ਅਕਲ, ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ। ਅਸੀਂ ਸਾਰੇ ਕਲਾ ਵਿੱਚ ਹੈ, ਕਲਪਨਾ ਵਿੱਚ ਹੈ। ਅਕਲ ਜੋ ਕਲਪਨਾ ਤੇ ਰਹਿਤ ਵਾਹਿਗੁਰੂ ਹੈ। ਇਹ ਵੇਦ ਨੇ ਅਰਥ ਕੀਤਾ ਅਕਲ ਸ਼ਬਦ ਦਾ। ਅਕਲ ਕਲਪਨਾ ਤੋਂ ਰਹਿਤ, ਸੰਸਿਆਂ ਤੋਂ ਰਹਿਤ, ਚਿਤਵਨੀਆਂ ਤੋਂ ਰਹਿਤ, ਫੁਰਨਿਆਂ ਤੋਂ ਰਹਿਤ ਹੈ ਜੋ ਵਾਹਿਗੁਰੂ ਪਰਮੇਸ਼ਰ। ਤੁਸੀਂ ਗੁਰੂ ਨਾਨਕ ਪਾਤਸ਼ਾਹ ਤੇ ਪ੍ਰਵਾਨ ਸ਼ਰਧਾ ਕਰਕੇ ਭਾਵਨਾ ਐਸੀ ਰੱਖੀ, ਉਸ ਭਾਵਨਾ ਵਿੱਚੋਂ ਤੁਹਾਨੂੰ ਜਾਣੀ ਅਕਲ ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਉਹਦੀ ਗਤ ਸ਼ਬਦ ਨੂੰ ਤੁਸੀਂ ਬਹੁਤ ਵਾਰ ਪੜ੍ਹਦੇ ਹੋ। ਜਿਹੜਾ ਗਤ ਹੈ ਇਹਦਾ ਉਲਟ ਸ਼ਕਲ ਹੈ ਅਭਿਗਤ। ਪਾਠ ਆਉਂਦਾ ਸੁਖਮਨੀ ਸਾਹਿਬ ਵਿੱਚ, ਅਵਗਤ ਕਰ ਜਾਂਦੇ ਆਪਾਂ। ਜੈ ਅਭਿਗਤ ਭਗਤ ਤੈ ਆਪ। ਅਸਲ ਪਾਠ ਅਭਿਗਤ ਹੈ। ਜੈ ਅਭਿਗਤ ਭਗਤ ਤੈ ਆਪ। ਜਿੱਥੇ ਗੁਰਸਿੱਖ ਪਿਆਰਿਓ ਗਤ ਸ਼ਬਦ ਆਵੇ ਉਹ ਅਭਿਗਤ ਦਾ ਉਲਟ ਹੈ, ਅਗਤ ਦਾ ਉਲਟ ਹੈ। ਜਿਹੜਾ ਵਾਹਿਗੁਰੂ ਹੈ ਨਾ, ਉਹਦੀ ਗਤੀ ਕਿਸੇ ਨੇ ਜਾਣੀ ਹੋ ਨਹੀਂ। ਬਹੁਤ ਵਾਰ ਪਾਠ ਹੈ ਤੇਰੀ ਗਤ ਮੇ ਤੂੰ ਹੈ ਜਾਣੇ। ਉਹਨੂੰ ਕੌਣ ਜਾਣਦਾ? ਪਰ ਦੇਖੋ ਗੁਰੂ ਅੰਗਦ ਦੇਵ ਜੀ ਦੀ ਸ਼ੋਭਾ। ਇਹ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਤੇ ਸ਼ਰਧਾ ਰੱਖ ਕੇ ਗੁਰ ਪ੍ਰਵਾਨ ਦੀ ਸੇਵਾ ਕਰਕੇ, ਜਿਹੜਾ ਤਿੰਨਾਂ ਲੋਕਾਂ ਵਿੱਚ ਗੁਰੂ ਪ੍ਰਵਾਨ ਹੈ, ਉਹ ਤੇ ਸ਼ਰਧਾ ਭਾਵਨਾ ਲੈ ਕੇ ਤੁਸੀਂ ਜਾਣ ਲਿਆ ਕਿਹਨੂੰ? ਅਕਲਗਤ। ਜੋ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਉਹਦੀ ਗਤੀ ਨੂੰ ਵੀ ਤੁਸੀਂ ਜਾਣ ਲਿਆ। ਉਹ ਕੀ ਚੀਜ਼ ਹੈ? ਨਹੀਂ, ਕਿਸੇ ਤੋਂ ਵਾਹਿਗੁਰੂ ਦੀ ਗਤ ਜਾਣੀ ਨਹੀਂ ਗਈ। ਪਰ ਜਿਹੜੇ ਉਹਦੇ ਬਣ ਜਾਂਦੇ ਨੇ, ਜਿਹੜੇ ਹਉਮੈ ਛੱਡ ਦਿੰਦੇ ਨੇ, ਇੱਥੇ ਸਮਝਣ ਵਾਲੀ ਗੱਲ ਇੱਕ ਹੈ, ਜਦ ਉਹਦੇ ਵਿੱਚੇ ਸਮਾ ਗਏ ਤੇ ਦੂਜੇ ਦੀ ਗਤੀ ਰਹੀ ਉਹ ਨਾ ਕੋਈ, ਫਿਰ ਤਾਂ ਉਹਦੀ ਗਤੀ ਆਪਣੀਓ ਬਣ ਗਈ। ਇੱਕ ਗਲਾਸ ਪਾਣੀ ਦਾ ਨਦੀ ਵਿੱਚ ਸਮਾ ਗਿਆ ਤੇ ਨਦੀ ਦੀ ਜਿਹੜੀ ਗਤੀ ਹੈ ਉਹੀ ਗਲਾਸ ਦੀ ਬਣ ਗਈ। ਦੋ ਰਹੀਆਂ ਹੀ ਨਾ, ਕਿਤੇ ਗਲਾਸ ਦਾ ਪਾਣੀ ਜੁਦਾ ਤੁਰੂ ਨਦੀ ਤੋਂ, ਉਹ ਤਾਂ ਨਦੀ ਦੇ ਵਿੱਚ ਸਮਾ ਗਿਆ। ਇੱਕੋ ਗਤ ਹੋ ਗਈ ਦੋਹਾਂ ਦੀ। ਉਸ ਗਲਾਸ ਪਾਣੀ ਨੇ ਸਮੁੰਦਰ ਦੀ ਗਤ ਨੂੰ ਜਾਣ ਲਿਆ ਕੀ ਚੀਜ਼ ਹੈ। ਇਸੇ ਤਰ੍ਹਾਂ ਅਸੀਂ ਛੋਟੇ ਗਲਾਸ ਰੂਪ, ਕੀੜੀ ਰੂਪ, ਜਦੋਂ ਅਸੀਂ ਸਮਾ ਜਾਂਦੇ ਨੇ ਹਉਮੈ ਨੂੰ ਛੱਡ ਕੇ ਆਪਣੇ ਗੁਰੂ ਦੇ ਵਿੱਚ, ਜਿਵੇਂ ਗੁਰੂ ਅੰਗਦ ਦੇਵ ਜੀ ਸਮਾ ਗਏ ਗੁਰੂ ਨਾਨਕ ਦੇਵ ਦੇ ਵਿੱਚ, ਤਾਂ ਅਸੀਂ ਜਾਣ ਲਵਾਂਗੇ ਆਪਣੇ ਗੁਰੂ ਦੀ ਗਤ ਕੀ ਹੈ। ਦੂਰ ਰਹਿ ਕੇ ਨਹੀਂ, ਜੁਦੇ ਰਹਿ ਕੇ ਨਹੀਂ। ਸਮੁੰਦਰ ਦੇ ਕੰਢੇ ਤੁਸੀਂ ਫਿਰਦੇ ਹੀ ਹੋ, ਕੀ ਗਤ ਪਛਾਣੀ ਸਮੁੰਦਰ ਦੀ? ਨਦੀ ਦੇ ਕੰਢੇ ਬਾਲਟੀ ਭਰ ਕੇ ਰੱਖ ਦੋ, ਵਿੱਚ ਵੀ ਰੱਖ ਦੋ, ਘੜਾ ਭਰ ਕੇ ਕੀ ਗਤ ਪਛਾਣੂਗਾ? ਗਤ ਉਦੋਂ ਪਛਾਣੀ ਜਾਊਗੀ ਜਦ ਘੜਾ ਨਹੀਂ ਰਵੇਗਾ, ਨਦੀ ਦੇ ਵਿੱਚੇ ਮਿਲ ਜਾਵੇਗਾ। ਫਿਰ ਉਸ ਘੜੇ ਦੀ ਗਤ ਤੇ ਨਦੀ ਦੀ ਦੋ ਨਹੀਂ ਰਹਿਣੀਆਂ, ਉਹ ਇੱਕੋ ਹੋ ਜਾਣੀ ਹੈ। ਫਿਰ ਉਹ ਪਛਾਣੀ ਪਾਣੀ ਪਛਾਣ ਲੂਗਾ ਇਹਦੀ ਕੀ ਗਤ ਹੈ। ਨਹੀਂ ਤਾਂ ਫਿਰ ਅਵਗਤ। ਉਦੋਂ ਤੱਕ ਪਰੇ ਹੀ ਅਸੀਂ। ਬਾਬਾ ਲਹਿਣਾ ਸਾਹਿਬ ਜੀ ਨੇ ਅਕਾਲ ਪੁਰਖ ਦੀ ਗਤ ਪਛਾਣ ਲਈ, ਕਿਉਂਕਿ ਉਹਨਾਂ ਨੂੰ ਗੁਰ ਪ੍ਰਵਾਨ ਸ੍ਰੀ ਗੁਰੂ ਨਾਨਕ ਦੇਵ ਤੇ ਸ਼ਰਧਾ ਭਰੋਸਾ ਜਾਂ ਪ੍ਰਵਾਨ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੋਈ, ਜਿਸ ਕਰਕੇ ਆਪਾ ਖਤਮ ਹੋ ਗਿਆ, ਮੈਂ ਖਤਮ ਹੋ ਗਈ, ਹੰਕਾਰ ਖਤਮ ਹੋ ਗਿਆ ਤੇ ਗੁਰੂ ਵਿੱਚ ਹੀ ਸਮਾ ਗਏ। ਜਾ ਕੀ ਦ੍ਰਿਸ਼ਟ ਅਚਲ ਠਾਣ। हे ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੁਸੀਂ ਉਹਨਾਂ ਦੀ ਸੰਗਤ ਕੀਤੀ। ਪਹਿਲਾ ਅਰਥ, ਜਿਨ੍ਹਾਂ ਦੀ ਦ੍ਰਿਸ਼ਟੀ ਅਚਲ ਠਾਣ। ਅਚਲ ਕਹੀਏ ਨਾ ਚਲਾਏਬਾਨ, ਸਥਿਰ ਕਾਇਮ ਰਹਿਣ ਵਾਲੀ ਚੀਜ਼। ਦ੍ਰਿਸ਼ਟੀ ਕਹੀਏ ਨਿਗਾਹ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਕਿੱਥੇ ਸੀ? ਅਚਲ ਕੌਣ ਹੈ? ਇੱਕ ਵਾਹਿਗੁਰੂ। ਉਹਨਾਂ ਤੋਂ ਬਿਨਾਂ ਉਹਨਾਂ ਨੂੰ ਦਿਖਦਾ ਹੀ ਕੋਈ ਨਹੀਂ ਸੀ। ਜੋ ਦੀਸੈ ਸੋ ਤੇਰਾ ਰੂਪ। ਜੋ ਵੀ ਇਹ ਜਗ ਸੱਚੇ ਕੀ ਹੈ ਕੋਹੜੀ, ਸੱਚੇ ਕਾ ਵਿਚਵਾਸ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਅਚਲ ਠਾਣ ਕਹੀਏ ਜਗ੍ਹਾ। ਠਾਣ ਤਾਂ ਜਗ੍ਹਾ ਹੁੰਦੀ ਹੈ ਨਾ। ਉਹ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਇੱਕ ਵਾਹਿਗੁਰੂ ਦੀ ਉਹ ਜਗ੍ਹਾ ਅਟਲ ਹੈ। ਜਾਂ ਇੱਕ ਭਗਤ ਦੀ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ, ਹੋਰ ਤਾਂ ਕਿਸੇ ਦੀ ਕਿਹਾ ਹੀ ਨਹੀਂ। ਅਚਲ ਅਬਨਾਸ਼ੀ ਜਗ੍ਹਾ ਕਿਹਦੀ ਹੈ? ਨੈਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸ਼ੀ। ਇੱਕ ਤਾਂ ਖੁਦਾ ਆਪ ਨਹੀਂ ਚਲੇ ਸਦਾ ਰਹਿਣ ਵਾਲਾ, ਇੱਕ ਜਿਹੜਾ ਉਹਦੇ ਨਾਲ ਮਿਲ ਜਾਵੇ ਉਹ ਵੀ ਅਬਨਾਸ਼ੀ ਹੈ।
ਉਹ ਵੀ ਨਿਛਲ। ਜਾਂ ਫਿਰ ਇੱਕ ਜਗ੍ਹਾ ਕਹੀਏ ਦੁਨੀਆ ਵਿੱਚ ਅਚਲ, 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। ਉਹਦੀ ਅਟਾਰੀ ਅਮਰ ਹੈ, ਸਦਾ ਹੀ ਰਹਿਣੀ ਹੈ। ਤੇ ਸ਼ੰਕਾ ਨਾ ਕਰਿਓ, ਬ੍ਰਹਮਾ ਨੇ ਸਦਾ ਨਹੀਂ ਰਹਿਣਾ। ਬ੍ਰਹਮਾਪੁਰੀ ਵਿੱਚ ਮਰਨਾ ਹੈ, ਕਾਲ ਹੈ। ਇੰਦਰਪੁਰੀ ਵਿੱਚ ਕਾਲ ਹੈ। ਬ੍ਰਹਮਪੁਰੀ ਨੇ ਚੱਲਣੀ ਰਹਿਣਾ। ਸ਼ਿਵਪੁਰੀ ਹੋਏਗਾ ਕਾਲਾ, ਤ੍ਰਿਗੁਣ ਮਾਇਆ ਬਿਨਸ ਬਤਾਲੇ। ਤੇ ਹੁਣ ਇੱਥੇ ਸਿਆਣੇ ਬੈਠੇ ਹੋ, ਕੋਈ ਨੁਕਤੇ ਹੀ ਲਈਦੇ ਬਾਣੀ ਵਿੱਚੋਂ। ਬਹੁਤ ਵਾਰ ਸੁਣਿਆ ਹੋਣਾ ਤੁਸੀਂ ਕਿ ਧਰੂ ਦੀ ਪੁਰੀ ਅਮਰ ਹੈ। ਸੁਣਨ ਦੇ ਵੀ ਨਾ ਸੁਣੋ, ਜਦ ਬਾਣੀ ਨਹੀਂ ਕਹਿਤਾ ਫਿਰ ਅਮਰ ਹੈ। ਜਿਹੜੀ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਮੰਨ ਗਏ, ਕੋਈ ਮੰਨੇ ਨਾ ਮੰਨੇ, ਕੋਈ ਝੂਠ ਕਰੇ ਨਹੀਂ ਸਕਦਾ। ਇੱਕ ਧਰੂ ਦੀ ਪੁਰੀ ਅਮਰ ਹੈ। ਕਦੇ ਸੋਚਿਆ ਕਿਉਂ ਹੈ? ਬ੍ਰਹਮਪੁਰੀ ਕਿਉਂ ਨਹੀਂ ਅਮਰ? ਸ਼ਿਵ ਜੀ ਦੀ ਪੁਰੀ ਅਮਰ ਕਿਉਂ ਨਹੀਂ? ਤੇ ਵਿਸ਼ਨੂਪੁਰੀ ਅਮਰ ਕਿਉਂ ਨਹੀਂ? ਬੜੇ ਬੜੇ ਰਿਸ਼ੀ ਨੇ, ਉਹਨਾਂ ਦੀਆਂ ਪੁਰੀਆਂ ਅਮਰ ਕਿਉਂ ਨਹੀਂ? 33 ਕਰੋੜ ਦਾ ਦੇਵਤਾ ਇੰਦਰ, ਉਹਦੀ ਪੁਰੀ ਅਮਰ ਕਿਉਂ ਨਹੀਂ? ਉੱਥੇ ਵੀ ਮੌਤ। ਇੱਕ ਧਰੂ ਦੀ ਪੁਰੀ ਅਮਰ ਹੈ। ਉਹ ਪ੍ਰੇਮੀਓ ਤਾਂ ਅਮਰ ਹੈ, ਉਹ ਅਕਾਲ ਪੁਰਖ ਦੇ ਸੱਚਖੰਡ ਦਰਵਾਜ਼ੇ 'ਚ ਬੈਠਾ ਹੈ। ਅਜ ਕੇ ਆਖੋ ਸਤਿ। ਇਹੀ ਨੁਕਤਾ ਹੀ ਹੈ ਕਿ ਸਮਝਣ ਵਾਲਾ। ਹਰ ਸਿਮਰਤ ਅਮਰ ਅਟਾਰੇ। ਕਿੱਥੇ ਉਹਨੂੰ ਪੂਰੀ ਮਿਲੀ ਹੈ? ਜਿੱਥੇ ਸੱਚਖੰਡ ਦਾ ਦਰਵਾਜ਼ਾ ਹੈ, ਉਹਦੇ ਵਿੱਚ, ਉਹਦੇ ਦਰਵਾਜ਼ੇ ਵਿੱਚ ਪੈਰ ਹੈ। ਹੁਣ ਸੱਚਖੰਡ ਅਕਾਲ ਪੁਰਖ ਜਿੱਥੇ ਵਸਦਾ, ਉਸ ਪੁਰੀ ਨੇ ਜਾਣਾ ਕਿੱਥੇ? ਗੁਰਸਿੱਖ ਪਿਆਰੇ, ਉਹਦੇ ਦਰ ਨਾਲ ਜੁੜ ਗਿਆ। ਇੱਥੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਦ੍ਰਿਸ਼ਟੀ, ਜਾਂ ਕੀ ਦ੍ਰਿਸ਼ਟ ਚੱਲ ਠਾਣ ਅਚਲ। ਨਾ ਜਾਣ ਵਾਲੀ ਜਗ੍ਹਾ ਕੋਈ ਦੇਖੋ ਲੱਭੀ ਹੈ ਤੁਹਾਨੂੰ ਕਿਸੇ ਗ੍ਰੰਥ ਵਿੱਚੋਂ? ਕਿਸੇ ਦੇਸਾਂ ਵਿਦੇਸਾਂ ਵਿੱਚ ਫਿਰਦੇ ਹੋ, ਕੋਈ ਜਗ੍ਹਾ ਦੱਸੋ ਜਿਹਨੇ ਬਿਨਸਣਾ ਨਹੀਂ ਹੈ ਗੁਰਸਿੱਖ ਪਿਆਰਿਓ। ਗਿਰ ਧਾਰ ਧਾਰ ਗਗਨ ਅਰ ਤਾਰੇ, ਸਾਰਿਆਂ ਨੇ ਬਿਨਸ ਜਾਣਾ। ਅੰਡ ਬਨਾਸੀ ਜੇਰ ਬਨਾਸੀ ਉਦਬਜ ਸੇਤ ਬਨਾਦਾ, ਇਹ ਸਾਰੇ ਬਿਨਸ ਜਾਣਗੇ। ਪਰ ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਅਚਲ, ਅਚਲ ਜਗ੍ਹਾ। ਤੇ ਜਿਸ ਚੀਜ਼ਾਂ ਨੂੰ ਆਪਾਂ ਦੀ ਦ੍ਰਿਸ਼ਟੀ ਵੇਖਦੀ, ਆਪਣੀਆਂ ਅੱਖਾਂ ਵੇਖਦੀਆਂ, ਸਾਰੇ ਦਿਨ ਦਾ ਨਿਚੋੜ ਕੱਢ ਲਿਆ ਕਰੋ। ਰਾਤ ਨੂੰ ਪੈਣ ਲੱਗੇ ਕਿ ਐ ਮੇਰੇ ਨੇਤਰੋ, ਐ ਮੇਰੀਆਂ ਅੱਖੀਓ, ਤੁਸੀਂ ਅੱਜ ਦਿਨ ਵਿੱਚ ਕੋਈ ਉਹ ਚੀਜ਼ ਦੇਖੀ ਹੈ ਜਿਹਨੇ ਮਰਨਾ ਨਾ ਹੋਵੇ, ਜਿਹਨੇ ਨਾਸ਼ ਨਾ ਹੋਣਾ ਹੋਵੇ? ਆਪਣੀਆਂ ਅੱਖਾਂ ਤੋਂ ਪੁੱਛ ਲਿਆ ਕਰੋ। ਸਾਲ ਬਾਅਦ ਪੁੱਛ ਲਿਆ ਕਰੋ ਵੀ ਸਾਲ ਬਾਅਦ ਕੋਈ ਚੀਜ਼ ਦਿਖੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕਰ ਦਿੱਤਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਵੀ ਤੇਰੀ ਦ੍ਰਿਸ਼ਟੀ ਦੇਖਦੀ ਹੈ ਉਹ ਸਭ ਮਿਥਿਆ ਹੈ। ਉਹਨੇ ਸਭ ਕੁਝ ਨੇ ਨਾਸ ਹੋਣਾ। ਪਰੋਂ ਆਜ ਕੇ ਕਾਲ, ਕੋਈ ਅੱਜ, ਕੋਈ ਕੱਲ, ਕੋਈ ਪਰਸੋਂ ਨੂੰ। ਦੂਜਾ ਅਰਥ ਕੋਈ ਇਸ ਯੁੱਗ ਵਿੱਚ ਹੋ ਜੂ, ਕੋਈ ਅਗਲੇ ਯੁੱਗ ਵਿੱਚ ਹੋ ਜੂ, ਕੋਈ ਤੀਜੇ ਯੁੱਗ ਵਿੱਚ ਹੋ ਜੂ। ਇਹ ਤਾਂ ਤਿੰਨਾਂ ਯੁੱਗਾਂ ਵਿੱਚ, ਤਿੰਨਾਂ ਕਾਲਾਂ ਵਿੱਚ ਜਿਹਨੂੰ ਵੀ ਤੂੰ ਵੇਖਦਾ, ਦ੍ਰਿਸ਼ਟਮਾਨ ਹੈ ਸਗਲ ਮਥੇ। ਸਾਡੀ ਦ੍ਰਿਸ਼ਟੀ ਜੋ ਵੀ ਦੇਖ ਰਹੀ ਹੈ ਉਹ ਮਿਥਿਆ, ਬਿਨਸਣ ਵਾਲੀ ਚੀਜ਼ ਨੂੰ ਵੇਖ ਰਹੀ ਹੈ। ਕਿਉਂ ਵੇਖ ਰਹੀ ਹੈ ਬਿਨਸਣ ਵਾਲੇ ਨੂੰ? ਭਾਈ ਦੇਖਣ ਵਾਲਾ ਖੁਦ ਬਿਨਸਣਹਾਰ ਹੈ। ਅਜ ਕੇ ਆਖੋ ਸਤਿਨਾਮ। ਸਮਝਣਾ ਬਾਣੀ ਦੀਆਂ ਟੂਕਾਂ ਨਾਲ। ਜੋ ਵੀ ਸਾਡੀ ਦ੍ਰਿਸ਼ਟੀ ਦੇਖ ਰਹੀ ਹੈ ਉਹ ਬਿਨਸਣਹਾਰ ਹੈ, ਕਿਉਂਕਿ ਦੇਖਣ ਵਾਲਿਆ ਤੂੰ ਬਿਨਸਣਹਾਰ ਹੈ। ਤੇ ਤੂੰ ਸੱਚ ਨੂੰ ਕਿੱਥੇ ਵੇਖੇਗਾ? ਉਹ ਸੱਚ ਨੂੰ ਕੌਣ ਵੇਖੂਗਾ? ਨਾਨਕ ਸੇ ਅਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪੇਰੀ। ਉਹ ਅੱਖਾਂ ਹੋਰ ਨੇ, ਉਹ ਤੇਰੀਆਂ ਬਿਨਸਣ ਵਾਲ ਅੱਖਾਂ ਨਹੀਂ ਹੈ। ਇਹ ਤਾਂ ਤੇਰੇ ਮੰਨਣ ਦੇ ਨਾਲ ਨਹੀਂ, ਇਹ ਤਾਂ ਜਿਉਂਦੇ ਜਿਉਂਦੇ ਹੀ ਮੋਤੀਆ ਉਤਰ ਕੇ ਬੰਦ ਹੋ ਜਾਣੀ ਹੈ। ਅੱਜ ਕੇ ਆਖੋ ਸਤਿਨਾਮ। ਇਹਨਾਂ ਨਾਲ ਤੂੰ ਸੱਚ ਨੂੰ ਕਿੱਥੇ ਵੇਖ ਲਵਾਂ? ਕਿਤੇ ਝੂਠੀ ਚੀਜ਼ ਨਾਲ ਸੱਚ ਮਿਣਿਆ ਜਾ ਸਕਦਾ? ਕਦੇ ਵੀ ਨਹੀਂ। ਹਾਂ, ਜਿੱਦਣ ਇਹਨਾਂ ਵਿੱਚ ਸੱਚ ਆ ਗਿਆ, ਇਹਨਾਂ ਵਿੱਚ ਜੇ ਹਉਮੈ ਝੂਠ ਹੈ, ਮੈਂ ਦੇਖਦਾ, ਮੈਂ ਸਿਨੇਮਾ ਵੇਖਿਆ, ਮੈਂ ਬਾਜ਼ਾਰ ਵੇਖੇ, ਮੈਂ ਫਲਾਣੀ ਚੀਜ਼ ਵੇਖੀ, ਅਜੇ ਤਾਂ ਦੇਖਣ ਵਿੱਚ ਝੂਠ ਹੈ ਤੇ ਦੇਖਣ ਵਿੱਚ ਸੱਚ ਕਿਵੇਂ ਆ ਜਾਏਗਾ? ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹ ਜਿਹੜੀ ਝੂਠ ਵਾਲੀ ਚੀਜ਼ ਸੀ ਮੈਂ, ਉਹ ਖਤਮ ਕਰ ਦਿੱਤੀ। ਉਹ ਹੰਕਾਰ ਸਾਧ ਲਿਆ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਹੁਣ ਤੁਹਾਡੀ ਦ੍ਰਿਸ਼ਟੀ ਕਿੱਥੇ? ਅਚਲ ਠਾਣ। ਉਹ ਵਾਹਿਗੁਰੂ ਦਾ ਦਰ, ਵਾਹਿਗੁਰੂ ਦਾ ਸੱਚਖੰਡ, ਉਹ ਪਰਮੇਸ਼ਰ ਦੇ ਅਸਥਾਨ ਤੇ ਹੀ, ਰੱਬ ਦੇ ਦਰ ਤੇ ਹੀ ਤੁਹਾਡੀ ਦ੍ਰਿਸ਼ਟੀ 24 ਘੰਟੇ ਲੱਗੀ ਰਹਿੰਦੀ। ਸਾਡੇ ਤਾਂ ਦਿਨ ਵਿੱਚ ਅੱਧਾ ਪੌਣਾ ਘੰਟਾ ਮਸੀਂ ਗੁਰਦੁਆਰੇ ਆ ਕੇ ਕਿਤੇ ਰੱਬ ਦੇ ਦਰ ਤੇ ਦ੍ਰਿਸ਼ਟੀ ਲੱਗਦੀ ਹੈ, ਨਹੀਂ ਤਾਂ 24 ਘੰਟੇ ਕੀ ਕੁਝ ਵੇਖਿਆ, ਕੀ ਰਸਾਲਿਆਂ 'ਚ ਪੜ੍ਹਿਆ, ਕੀ ਟੀਵੀ ਵਿੱਚ ਵੇਖਿਆ, ਕੀ ਬਾਜ਼ਾਰਾਂ ਵਿੱਚ ਵੇਖਿਆ, ਕੀ ਜਾ ਕੇ ਬੈਂਕ ਢਾਲਾਂ ਵਿੱਚ ਵੇਖਿਆ, ਕੀ ਬੀਚਾਂ ਤੇ ਵੇਖਿਆ ਜਾ ਕੇ। ਸਭ ਬਿਨਸਣ ਵਾਲੀਆਂ ਚੀਜ਼ਾਂ,
ਸਭ ਖਿੰਨ ਭੰਗਨ ਚੀਜ਼ਾਂ ਵੇਖੀਆਂ ਤਾਂ ਹੀ ਸਤਿਗੁਰੂ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਗਏ, ਅੱਖੀਆਂ ਵੇਖ ਨਾ ਲੱਜੀਆਂ ਬਹੁ ਰੰਗ ਤਮਾਸ਼ੇ। ਜਿੰਨੇ ਮਰਜੀ ਵਿਖਾਈ ਜਾ, ਜਿੰਨੇ ਮਰਜੀ ਸਿਨੇਮੇ ਵਿਖਾਈ ਜਾ, ਇਹ ਭੁੱਖੀਆਂ ਦੀਆਂ ਭੁੱਖੀਆਂ, ਭੁੱਖੀਆਂ ਦੀਆਂ ਭੁੱਖੀਆਂ ਤ੍ਰਿਸ਼ਨਾ ਵਿੱਚ ਰਹਿ ਜਾਣੀਆਂ ਜਦ ਤੱਕ ਅਚਲ ਠਾਣ, ਜਿਹੜੀ ਸਦਾ ਰਹਿਣ ਵਾਲੀ ਜਗ੍ਹਾ, ਜਦ ਤੱਕ ਉੱਥੇ ਨਹੀਂ ਜੁੜਦੀਆਂ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਹਉਮੈ ਦਾ ਨਾਸ਼ ਕਰਕੇ, ਹਉਮੈ ਜੱਗਰ ਸਾਪ ਨੂੰ ਮਾਰ ਕੇ ਤੁਹਾਡੀ ਦ੍ਰਿਸ਼ਟੀ ਕਿੱਥੇ ਖੜ ਗਈ ਹੈ? ਜਾਂ ਕੀ ਦ੍ਰਿਸ਼ਟ ਅਚਲ ਠਾਣ। ਤੀਜਾ ਅਰਥ ਲਓ, ਜਾਂ ਕੀ ਦ੍ਰਿਸ਼ਟ ਅਚਲ ਠਾਣ। हे ਗੁਰੂ ਅੰਗਦ ਦੇਵ ਮਹਾਰਾਜ ਜੀ, तेरी दृष्टि ਵਿੱਚ ਹੁਣ इतनी शक्ति है, इतना तप तेज आ गया, इतना बल आ गया, जीते तेरी दृष्टि पै जावे वो भी अचल बन जावे। अज के आखो सदना, जिन्हों तुसी कृपा दृष्टि ना देख लो, ओनू भी अमर कर दो, ओनू भी जन्म मरण तो तेरे दर्शन ही, पिछे शब्द सुने ही है, जन्म मरण दुख जाए दर्शन तो। तेरी दृष्टि हुण अचल ठाण, ठाण कहिए जगह, अचल कहिए सदा रहन वाली जगह। तेरी दृष्टि विच शक्ति है, जिहदे उत्ते कृपा कर दवे ओनू भी अमरापुरी वाहिगुरू दे चरनां विच पहुंचा दवे, ओनू भी अविनाशी बना दवे। बिमल बुद्ध सुथान। दृष्टि होगी गुरमुख प्यारिओ अचल वाहिगुरू गुरु नानक पातशाह दे दर्शनां विच, ते तेरी बुद्ध बेमल स्थान। बुद्धि गुरसिख प्यारे, इन्हां दोहां दा जिहड़ा जोड़ है प्रेमियों समझ लो, एक मिनट विच सियाणे बैठे हो। तेरी दृष्टि अचल वाहिगुरू दे स्थान ते जुड़ गई, ते तुहाडी बुद्धि बेमल स्थान, बेमल कहिए मल तो रहत। तुहाडी बुद्धि हुण इह बन गई है निर्मल जगह, निर्मल घर बन गई है तुहाडी बुद्धि। ते बुद्धि नहीं निगाह बदलनी है प्रेमियों, प्यार नाल सरवण कर लो। बुद्धि नहीं, किसे बाहर जाण दी लोड़ नहीं, बुद्धि वो काम कर रही है अपनी निगाह विच। ये बुद्ध है तेरी, जेड़ी तेरी अख मां नू मां वेखदी है, भैण नू भैण वेखदी है। ओही अख है जो तेरे घर वाली नू वेखदी है, ओही मां नू वेखदी है। ओही अख है अपनी भैण नू वेखदी है, वाहिगुरू ना करावे ओही अख गुआंढी दी भैण नू वेखदी है। वेखदी तां अख इक है ना, पर फर्क तो बुद्धि ने पाउना अपनी ते पराई विच। वो तो तेरी बुद्धि ने जजमेंट करके दसनी है ना, कि अपनी भैन नू अपनी धी नू तो किस सत्कार नाल वेखना ते गुआंढियां नू की वेख रहे हो, ते बुद्धि काम कर रही है। तेरी निगाह भी तां टिकेगी, शुद्ध होवेगी, जे भाई तेरी बुद्धि विमल स्थान विच बुद्धि निर्मल होवेगी। इसे करके गुरु अर्जन देव महाराज जी ने इको एक चीज मंगी है, अकाल पुरख तो सोठ राग पढ़ लिया करो। हार परो स्वामी के द्वारे दीजे बुद्ध विवेक। मैं हार के आया तेरे दर ते, की तो हारे, की तो हार दे आप। उपदेश तो सानू है, ये पंजे विषय विकार सानू इन्ने लड़ रहे ने, हरा दिता इन्होंने, इन्हों दे मूहरे हारे फिरदे आप। ये बन के जिदनू मर्जी ले जाण। तो गुरसिख प्यारे हो, इन्हों तो छुटकारा कौन पाऊगा? बुद्ध विवेक, निर्मल बुद्धि, शुद्ध बुद्धि। ਉਹੀ ਮਹਾਰਾਜ ਮੰਗਦੇ ਨੇ, ਮੈਨੂੰ ਇੱਕ ਨਿਰਮਲ ਬੁੱਧੀ ਦੇ ਦੇ। ਸਾਡੇ ਦੇਸ਼ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ, ਪੰਡਿਤ ਚਾਣਕੀਆ, ਉਹਨਾਂ ਨੇ ਚਾਣਕੀਆ ਸਾਰ ਤਤ ਸ਼ਾਸਤਰ ਲਿਖਿਆ। ਚਾਣਕੀਆ ਨਿਆਇ ਸ਼ਾਸਤਰ ਬਹੁਤ ਵੱਡਾ ਗ੍ਰੰਥ ਹੈ, ਬਹੁਤ ਵਿਦਵਾਨ ਪੜਾਉਂਦੇ ਨੇ। ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੜਾਉਂਦੇ ਹੁੰਦੇ ਸੀ ਵਿਦਿਆਰਥੀਆਂ ਨੂੰ ਚਾਣਕੀਆ ਸ਼ਾਸਤਰ। ਉਹਨਾਂ ਨੇ ਇੱਕ ਅਕਾਲ ਪੁਰਖ ਭਗਵਾਨ ਅੱਗੇ ਬੇਨਤੀ ਕੀਤੀ ਹੈ। ਪੰਡਿਤ ਚਾਣਕੀਏ ਨੇ ਕਹਿੰਦਾ, हे ਭਗਵਾਨ, मेरा सारा धन दौलत नष्ट हो जाए, मैं नहीं मंगदा कि दोबारा दे दे। मेरे सज्जन मित्र रिश्तेदार सारे दुश्मन हो जान, मैं नहीं कहूंगा कोई मित्र बना दे, कोई रिश्तेदार चाहिए, कोई धी पुत चाहिए, मैनू सारी प्रॉपर्टी खत्म हो जाए, मैं नहीं तेनू कहूंगा कोठियां दे दे, कारां दे दे। देखो अगली गल भी कह दी, हे भगवान, जे मेरे शरीर का कोई अंग टुटदा है टुट जान दे, जे लत्तां खड़दियां खड़ जान दे, बाहां खड़दियां खड़ जान दे, कोई इंद्री विच भिंग पैंदा पै जान दो, अखां कन्नां दे विच, पर एक चीज मेरी मलनी, सब कुछ खत्म कर दी, मेरी बुद्धि ठीक रखी। अज के आखो सत। एवें नहीं वो ग्रंथ गुरमत विच पढ़ाए जांदे, कुछ हैगा उन्हां विच।
ਮੈਨੂੰ ਮੇਰੀ ਬੁੱਧੀ ਨਿਰਮਲ ਰੱਖੀ। ਤੇ ਇਹਨੂੰ ਪੰਜਾਬੀ ਵਿੱਚ ਸਿੱਧੀ ਕਹਿ ਲੋ, ਜਿਹਦੀ ਮਤ ਠੀਕ ਹੈ ਨਾ, ਵਿਚਾਰ ਠੀਕ ਹੈ ਨਾ, ਉਹ ਕੱਖਾਂ ਦੀ ਕੁੱਲੀ ਵਿੱਚ ਸੁਰਗ ਕੱਟ ਸਕਦਾ ਹੈ। ਤੇ ਜਿਹਦੀ ਮਤ ਮਾਰੀ ਵੀ ਹੈ 50 ਲੱਖ ਦੀ ਕੋਠੀ ਵਿੱਚ ਵੀ ਡਾਂਗੇ ਖੜਕੂਗੀ, ਆਖੋ ਸਤਨਾਮ, ਉੱਥੇ ਵੀ ਨਰਕੇ ਹੋਊਗਾ। ਜਿਹਦੀ ਮਤ ਠੀਕ ਹੈ, ਇਸੇ ਕਰਕੇ 2 ਵਕਤ ਸਿੱਖ ਅਰਦਾਸ ਕਰਦਾ, ਸਿੱਖ ਦਾ ਮਨ ਨੀਵਾਂ ਮਤ ਉੱਚੀ। ਕੋਠੀਆਂ ਉੱਚੀਆਂ ਨਹੀਂ ਮੰਗੀਆਂ, ਕਾਰਾਂ ਵੱਡੀਆਂ ਨਹੀਂ ਮੰਗੀਆਂ, ਧਨ ਦੌਲਤ ਵੱਡਾ ਨਹੀਂ ਮੰਗਿਆ ਸਿੱਖ ਨੇ, ਸੁੰਦਰਤਾ ਨਹੀਂ ਮੰਗੀ, ਬਲ ਨਹੀਂ ਮੰਗਿਆ ਕਿ ਮੈਂ ਜੋਰਾਵਰ ਹੋਵਾਂ, ਦੁਨੀਆ ਨੂੰ ਜਿੱਤ ਲਵਾਂ। ਇੱਕੋ ਚੀਜ਼ ਅਰਦਾਸ ਵਿੱਚ ਮੰਗਦਾ, ਮੇਰੀ ਮਤ ਉੱਚੀ ਰੱਖੀ, ਮੇਰੀ ਮਤ ਨਿਰਮਲ ਰੱਖੀ। ਪਰ ਚੰਗੇ ਵਿਚਾਰ ਹੋਣ ਤਾਂ ਗਰੀਬੀ ਵੀ, ਸੰਕਟ ਵੀ, ਭੁੱਖ ਨੰਗ ਵੀ ਕੱਟੀ ਜਾ ਸਕਦੀ ਹੈ। ਜੇ ਵਿਚਾਰੇ ਠੀਕ ਨੇ ਫਿਰ ਤਾਂ ਅਮੀਰਤ ਵੀ ਨਰਕ ਹੈ, ਫਿਰ ਕੋਠੀਆਂ ਵੀ ਨਰਕ ਹਨ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਤੁਸੀਂ ਸ਼ਰਧਾ ਰੱਖੀ, ਤੁਸੀਂ ਆਪਣੀ ਦ੍ਰਿਸ਼ਟੀ ਅਚਲ ਠਾਣ, ਆ ਭਗ ਦੀਵਾਨ ਹੈ ਕਾਲ ਪੁਰਖ ਵਾਹਿਗੁਰੂ ਦਾ, ਉਹਦੇ ਉੱਤੇ ਟਿਕਾ ਲਈ ਹੈ। ਸਾਡੀ ਦ੍ਰਿਸ਼ਟੀ ਝੂਠੀਆਂ ਗੱਲਾਂ ਤੇ ਟਿਕੀ ਹੋਈ ਹੈ, ਤੇ ਤੁਹਾਡੀ ਬੁੱਧੀ ਬੇਮਲ ਸਥਾਨ, ਉਹ ਜਗ੍ਹਾ ਬਣ ਗਈ ਹੈ ਜੋ ਮੈਲ ਤੋਂ ਰਹਿਤ, ਨਿਰਮਲ ਬੁੱਧੀ ਤੁਹਾਡੀ ਹੋ ਗਈ ਹੈ। ਪੈ ਹਰ ਸੀਲ ਸਨਾ ਸਖਤ ਵਿਦਾਰ। ਜਦ ਸੂਰਮੇ ਲੜਦੇ ਨੇ ਜੰਗੇ ਮੈਦਾਨ ਵਿੱਚ ਤਾਂ ਉਹ ਸਰੀਰ ਤੇ ਸੰਜੋ ਪਹਿਨਦੇ ਨੇ। ਸਨਾਹ ਨਾਮ ਹੈ ਸੰਜੋ ਦਾ, ਜਿਹੜੀ ਲੋਹੇ ਦੀ ਬਣੀ ਹੁੰਦੀ ਹੈ, ਛਾਤੀ ਤੇ ਬਾਹਾਂ ਤੇ। ਤੁਸੀਂ ਸੂਰਮਿਆਂ ਦੀਆਂ ਫੋਟੋਆਂ ਜੰਗਾਂ 'ਚ ਵੇਖੀਆਂ ਹੋਣੀਆਂ, ਬਹੁਤ ਦੇਖੀਆਂ ਹੋਣੀਆਂ ਤੁਸੀਂ। ਜਦ ਤੱਕ ਮਹਾਭਾਰਤ ਨਾ ਵੇਖੋ ਦਾਲ ਨਹੀਂ ਚੰਗੀ ਲੱਗਦੀ। ਅਜੇ ਆਖੋ ਸਤਨਾਮ, ਕੋਈ ਸਾਹਿਬਜ਼ਾਦਿਆਂ ਦੀ ਕਹਾਣੀ ਥੋੜੋ ਪੜ੍ਹਨੀ ਹੈ ਘਰ ਤੁਸੀਂ, ਕੋਈ ਭਾਈ ਤਾਰੂ ਸਿੰਘ ਦੀ ਕਿਤਾਬ ਤੁਸੀਂ ਥੋੜੋ ਪੜ੍ਹਨੀ ਹੈ। ਆਖੇ ਰਮਾਇਣ ਵੇਖਣੀ ਹੈ ਅਸੀਂ, ਤੇ ਗੁਰੂ ਘਰ ਵਿੱਚ ਕੋਈ ਰਮਾਇਣ ਹੈ ਹੀ ਨਹੀਂ, ਤੁਹਾਨੂੰ ਲੱਭੀ ਨਹੀਂ। ਭਾਈ ਤਾਰੂ ਸਿੰਘ ਯਾਨੀ ਮਨੀ ਸਿੰਘ ਵਰਗੀ ਰਮਾਇਣ ਤੁਹਾਨੂੰ ਕਿੱਥੋਂ ਲੱਭੂਗੀ, ਕਿੱਥੋਂ ਲੱਭੂਗੀ। ਗੁਰੂ ਗੋਬਿੰਦ ਸਿੰਘ ਵਰਗਾ ਮਹਾਭਾਰਤ, ਉਹ ਤਾਂ ਜੰਗ ਸੀ, ਘਰ ਦਾ ਘਰੋਗੀ ਗੁਰਸਿੱਖ ਪਿਆਰਿਓ। ਭਰਾਵਾਂ ਨੇ ਭਰਾਵਾਂ ਨੂੰ ਪੈਸੇ ਨਾ ਦਿੱਤੇ, ਧਰਤੀ ਨਾ ਦਿੱਤੀ, ਜੰਗ ਛਿੜ ਪਿਆ, ਕੱਢ ਦਿੱਤੇ ਪੰਜੇ ਭਰਾ ਵਿਚਾਰੇ, ਜੰਗ ਛਿੜ ਨਹੀਂ ਸੀ। ਤੇ ਉਧਰ ਜੰਗ ਵੇਖ ਲੋ ਦੂਸਰਾ, ਉਹ ਆਪਣੀ ਘਰਵਾਲੀ ਖਾਤਰ ਛਿੜਿਆ। ਇੱਕ ਮਾਤਾ ਸੀਤਾ ਜੀ ਨੂੰ ਲਿਆਉਣ ਖਾਤਰ ਵਿਚਾਰੇ ਦੀ ਲੰਕਾ ਹੀ ਫੂਕਤੀ। ਆਖੋ ਸਤਨਾਮ। ਦੇਖੋ ਕਾਹਦੇ ਜੰਗ ਨੇ। ਤੇ ਤੁਹਾਨੂੰ ਦਾਲ ਨਹੀਂ ਚੰਗੀ ਲੱਗਦੀ ਜਦ ਤੱਕ ਤੁਸੀਂ ਝੂਠੀਆਂ ਕਹਾਣੀਆਂ ਨਾ ਵੇਖੋ, ਝੂਠੇ ਡਰਾਮੇ ਨਾ ਵੇਖੋ। ਆ ਮੈਂ ਉਹਨਾਂ ਦੇ ਰਹਿਣੇ ਸਹੂਲਤਾਂ, ਉਹਨਾਂ ਦੇ ਮੈਂ ਖਬਰਾਂ ਦੇਖਣ ਬੈਠ ਜਾਣਾ, ਉੱਥੇ ਖਬਰਾਂ ਦੇਖੀ ਦੀਆਂ। ਬੀਬੀ ਨੂੰ ਕਹੀ ਜਾ ਲਾ ਦੇ ਭਾਈ ਕੋਈ ਪੰਜਾਬ ਦਾ ਉਹ ਖਬਰਾਂ ਕਾਹਦੀਆਂ ਲਾਓ, ਖਬਰਾਂ ਵਿੱਚ ਵੀ ਪੁੱਠੇ ਸਿੱਧੇ ਹੀ ਹੁੰਦੇ ਦਿਖਦੇ ਨੇ। ਕੋਈ ਕੱਪੜੇ ਹੀ ਤਾਰੀ ਫਿਰਦਾ ਹੈ, ਕੋਈ ਪੁੱਠਾ ਲਟਕਦਾ, ਕੋਈ ਹੋਰੇ ਕੁਝ ਬੜਿਆ ਫਿਰਦਾ। ਖਬਰਾਂ ਨੇ ਬੜਾ ਆਨੰਦ ਲੈਂਦੇ ਹੋ ਤੁਸੀਂ, ਪਰ ਗੁਰੂ ਘਰ ਵਰਗਾ ਨਾਟਕ। ਸਾਡੇ ਦਸ਼ਮੇਸ਼ ਪਿਤਾ ਨੇ ਜੰਗ ਕੀਤੇ, ਨਾ ਕੋਈ ਇਸਤਰੀ ਦੀ ਗੱਲ, ਨਾ ਕੋਈ ਧਰਤੀ ਦਾ ਝਗੜਾ, ਨਾ ਖਜ਼ਾਨਿਆਂ ਦਾ ਝਗੜਾ। ਤੇ ਗੁਰਸਿੱਖ ਪਿਆਰਿਓ, ਝਗੜਾ ਇੱਕੋ ਸੀ ਕਿ ਇਸ ਧਰਤੀ ਤੇ ਜ਼ੁਲਮ ਨਹੀਂ ਹੋਣ ਦੇਣਾ। ਆਖੋ ਅਨਿਆਂ ਨਹੀਂ ਹੋਣ ਦੇਣਾ ਇੱਥੇ। ਬਸ ਇੱਥੇ ਧਰਮ ਦਾ ਰਾਜ, ਇਨਸਾਨ ਇਨਸਾਨ ਨੂੰ ਇਨਸਾਨ ਸਮਝੇ, ਰੱਬ ਦਾ ਰੂਪ ਸਮਝੇ। ਇਸ ਗੱਲ ਦੇ ਝਗੜੇ, ਜਰ ਜੋਰੂ ਜ਼ਮੀਨ, 3 ਗੱਲਾਂ ਪਿੱਛੇ ਦੁਨੀਆ ਵਿੱਚ ਜੰਗ ਹੁੰਦੇ ਨੇ। ਜਰ ਕਹੀਏ ਮਾਇਆ, ਜੋਰੂ ਕਹੀਏ ਇਸਤਰੀ, ਜ਼ਮੀਨ ਕਹੀਏ ਧਰਤੀ। ਜਰ ਜੋਰੂ ਜ਼ਮੀਨ। 4 ਜੰਗ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, 14 ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, 18 ਜੰਗ। ਦੱਸੋ ਕਿਸੇ ਦੀ ਇੱਕ ਦਵਾਨੀ ਲੁੱਟੀ ਹੋਵੇ, ਕਿਸੇ ਦੀ ਇੱਕ ਬਿਸਵਾ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ, ਜਾਂ 18 ਜੰਗਾਂ ਵਿੱਚ ਕਿਸੇ ਇਸਤਰੀ ਦਾ ਝਗੜਾ ਹੋਵੇ। ਤੇ ਬਾਕੀ ਦਾ ਸਤਿਯੁਗ ਤੋਂ ਲੈ ਕੇ ਪੜ੍ਹ ਲਓ, ਜਿੰਨੇ ਜੰਗ ਤੁਸੀਂ ਟੀਵੀਆਂ 'ਚ ਵੇਖਦੇ ਨੇ, ਇਹਨਾਂ 3 ਚੀਜ਼ਾਂ ਤੋਂ ਬਿਨਾਂ ਗੱਲੇ ਕੋਈ ਨਹੀਂ। ਕਰਮਾਂ ਪਾਂਡਵਾਂ ਦਾ ਜੰਗ ਕਿਉਂ ਹੋਇਆ? ਕ੍ਰਿਸ਼ਨ ਕਹਿੰਦਾ, ਹੇ ਦੁਰਯੋਧਨ, ਤੇਰੇ ਹੀ ਸਕੇ ਭਰਾ ਨੇ, ਇਹ 5 ਭਰਾ ਨੇ, 5 ਪਿੰਡ ਦੇ ਦੇ, ਹੜ ਪਾ ਕੇ ਰੋਟੀ ਖਾ ਲੈਣਗੇ। ਇੱਥੇ ਤੱਕ ਕ੍ਰਿਸ਼ਨ ਭਗਵਾਨ ਮਹਾਰਾਜ ਨੇ ਕਿਹਾ, ਦੁਰਯੋਧਨ ਰਾਜ ਨਾ ਦੇ, ਭਰਾ ਤਾਂ ਤੇਰੇ ਹੀ ਨੇ, ਚਾਚੇ ਤਾਇਆਂ ਦੇ ਸਕੇ ਹੀ ਹੁੰਨੇ, 5 ਪਿੰਡ ਦੇ ਦੇ। ਤੇ ਦੁਰਯੋਧਨ ਕਹਿੰਦਾ, ਤੂੰ 5 ਪਿੰਡ ਮੰਗਦੇ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ। ਬਾਪੇ ਮਿਲਿਆ ਕਿ ਇੱਥੋਂ ਝਗੜਾ ਚੱਲਿਆ। ਜੇ ਉਹਨਾਂ ਨੂੰ ਮੁਜਾਰੇ ਬਣਾ ਕੇ ਵੀ ਰੱਖ ਲੈਂਦਾ ਦੁਰਯੋਧਨ, ਸੇਵਕ ਬਣਾ ਕੇ ਵੀ ਰੱਖ ਲੈਂਦਾ, ਤਾਂ ਵੀ ਜੰਗ ਨਹੀਂ ਸੀ ਹੋਣਾ।
ਐਡਾ ਛਤਰਪਤੀ ਰਾਜਾ ਪੰਡ ਪਿੰਡ ਦੇਣ ਤੋਂ ਮੁਨਕਰ ਹੋ ਗਿਆ। ਕਹਿੰਦਾ ਸੂਈ ਦੇ ਨੱਕੇ ਦੀ ਨਹੀਂ। ਫਿਰ ਬਾਣੀ ਨੇ ਕਹਿ ਦਿੱਤਾ ਦੇਹੀ ਗਿਰਜਨ ਖਾਈ, ਸੰਸਕਾਰ ਜੋਗੀ ਜਗ੍ਹਾ ਵੀ ਨਹੀਂ ਮਿਲੀ। ਅੱਜ ਖੇ ਆਖੋ ਸਤਨਾਮ। ਇਹ ਕੋਈ ਝਗੜਾ ਗੁਰੂ ਦੇ ਜੰਗਾਂ ਵਿੱਚ ਸੀ? ਕੋਈ ਸੀ ਕਿਸੇ ਦੀ ਜ਼ਮੀਨ ਦਾ ਝਗੜਾ? ਝਗੜਾ ਹੀ ਨਹੀਂ ਸੀ। ਨਾਲੇ 18 ਜੰਗ ਪੜ੍ਹ ਲੋ, 4 ਜੰਗ 6ਵੇਂ ਪਾਤਸ਼ਾਹ ਜੀ ਦੇ, 14 ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। 18 ਜੰਗਾਂ ਵਿੱਚ ਸਤਿਗੁਰਾਂ ਨੇ ਕਿਸੇ ਤੇ ਧਾਵਾ ਨਹੀਂ ਬੋਲਿਆ, ਆਪ ਚੜਾਈ ਨਹੀਂ ਕੀਤੀ। 18 ਹੀ ਜੰਗਾਂ ਦਾ ਇਤਿਹਾਸ ਤੁਹਾਡੇ ਕੋਲ। ਇੱਕ ਜੰਗ ਤੇ ਵੀ ਮਹਾਰਾਜ ਹੱਲਾ ਕਰਕੇ ਨਹੀਂ ਗਏ, ਚੜਾਈ ਨਹੀਂ ਕੀਤੀ। ਫਿਰ ਜੰਗ ਹੋਏ ਕਿਵੇਂ? ਉਹ ਜਿਹੜਾ ਚੜ ਕੇ ਆ ਜਾਵੇ ਉਹਨੂੰ ਤਾਂ ਜਲ ਪਾਣੀ ਛਕਾਉਣਾ ਹੀ ਪੈਂਦਾ ਹੈ। ਅੱਜ ਖੇ ਆਖੋ ਸਤਨਾਮ। ਮਹਾਰਾਜ ਨੇ ਕੀਤੇ ਕੋਈ ਹਮਲਿਆਂ ਦਾ ਜਵਾਬ ਦਿੱਤਾ ਹੈ, ਆਪ ਹਮਲਾ ਨਹੀਂ ਕੀਤਾ। ਜਦੋਂ ਕੋਈ ਹਮਲਾ ਕਰਕੇ ਆਉਂਦਾ ਹੈ, ਉਹ ਤਾਂ ਤੁਹਾਡੇ ਘਰ ਵੀ ਜਿਹੀ ਜੀ ਪੋਜੀਸ਼ਨ 'ਚ ਕੋਈ ਆਊਗਾ ਉਹੋ ਜਿਹੇ ਹੱਥ ਪਾਰ ਆਪਾਂ ਨੂੰ ਕਰਨੇ ਪੈਣੇ ਤਿਆਰ। ਮਹਾਰਾਜ ਨੇ ਹਮਲਾ ਨਹੀਂ ਕੀਤਾ, ਕੀਤੇ ਹਮਲਿਆਂ ਦਾ ਜਵਾਬ ਦਿੱਤਾ ਹੈ। ਕਿਉਂਕਿ ਉੱਥੇ ਜਰ ਜੋਰੂ ਜ਼ਮੀਨ ਦਾ ਝਗੜਾ ਨਹੀਂ ਸੀ। ਅਸੀਂ ਕੱਚੇ ਪਿੱਲੇ ਤੁਹਾਨੂੰ ਬਹੁਤ ਵਾਰ ਬੇਨਤੀਆਂ ਕਰੀਦੀਆਂ ਨੇ, ਇਹਨਾਂ ਝੂਠੇ ਨਾਟਕਾਂ ਤੋਂ ਹਟੋ। ਆਹ ਵੇਖੋ ਨਾਟਕ ਵਾਹਿਗੁਰੂ ਦਾ ਚੱਲ ਰਿਹਾ, ਦੇਖਣ ਆਇਓ ਜਗਤ ਤਮਾਸ਼ਾ। ਤੂੰ ਆਪਣੇ ਤਮਾਸ਼ੇ ਨੂੰ ਵੇਖ, ਕਿਹੋ ਜਿਹਾ ਸਰੂਰ ਰਕਤ ਬਿੰਦ ਤੇ ਪਿੰਡ ਕੀਆ ਅਗਨ ਉਦਰ ਮਝਾਰ। ਆਹ ਡਰਾਮਾ ਵੇਖ ਤੇਰੇ ਨਾਲ ਕੀ ਹੋ ਰਿਹਾ ਹੈ। ਕਿੱਥੇ ਇੱਕ ਪਾਣੀ ਦੀ ਬੂੰਦ ਤੋਂ ਤੈਨੂੰ ਮਨੁੱਖ ਬਣਾਇਆ ਹੈ। ਕਿੰਨੇ ਸੁੰਦਰ ਨੇਤਰ, ਕਿਤਨੇ ਸੁੰਦਰ ਜੀਵ, ਦੀਨੇ ਹਸ ਪਾਮ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਜੈ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪਰ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਇਹ ਕਿਉਂ ਨਹੀਂ ਨਾਟਕ ਯਾਦ ਆਉਂਦਾ ਤੈਨੂੰ? ਜੋ 24 ਘੰਟੇ ਵਾਹਿਗੁਰੂ ਖੇਡ ਰਿਹਾ ਤੇਰੇ ਸਾਹਮਣੇ, ਤੇਰੇ ਨਾਲ ਸਵਾਸ ਦੇ ਰਿਹਾ, ਜਲ ਪਾਣੀ ਧਰਤੀ ਰਹਿਣ ਨੂੰ ਦਿੱਤੀ ਹੈ। ਇਹ ਅਸੀਂ ਭੁੱਲ ਗਏ ਝੂਠੇ ਨਾਟਕਾਂ ਵਿੱਚ। ਸੋ ਇੱਥੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਬਾਬਤ ਬਚਨ ਆਇਆ ਹੈ, ਪੜਿਓ ਜੀ। ਪਹਿਰ ਸੀਲ ਸੁਨਾਓ ਸਖਤ ਵਿਦਾਰ। ਪਹਿਰ ਸੀਲ ਸੁਨਾਓ। ਵੇਖਦੇ ਹੋ ਤੁਸੀਂ ਨਾ ਡਰਾਮਿਆਂ ਵਿੱਚ, ਉਹ ਸੂਰਮਿਆਂ ਦੇ ਸਨਾਹ ਪਹਿਨੀ ਹੁੰਦੀ ਹੈ, ਸੰਜੋ, ਲੋਹੇ ਦੇ ਟੋਪ, ਲੋਹੇ ਦੇ ਛਾਤੀ ਪਰ ਕਬਰ, ਜਿਹਨੂੰ ਹੁਣ ਵਾਲੇ ਸਰਕਾਰਾਂ ਜਿਆਦਾ ਤੇਜ਼ ਗੋਲੀਆਂ ਹੋ ਗਈਆਂ, ਹੁਣ ਬੁਲਟ ਪ੍ਰੂਫ ਕਹਿੰਦੇ ਇਹਨੂੰ, ਬੁਲਟ ਪ੍ਰੂਫ। ਅੱਗੇ ਭਾਈ ਤਲਵਾਰ ਪ੍ਰੂਫ ਕਹਿ ਲੋ, ਨੇਜਾ ਪ੍ਰੂਫ ਕਹਿ ਲੋ। ਉਦੋਂ ਸ਼ਸਤਰੇ ਹੁੰਦੇ ਸੀ, ਸੰਜੋਗ ਪਹਿਨ ਲੈਂਦੇ ਹੁੰਦੇ ਸੀ। ਜਦੋਂ ਕੋਈ ਦੁਸ਼ਮਣ ਵਾਰ ਕਰਦਾ ਸੀ ਤਾਂ ਵਾਰ ਬਾਹ ਤੇ ਨਹੀਂ ਕੱਟਦਿਆ ਨਹੀਂ ਸੀ, ਲੋਹਾ ਰੋਕ ਲੈਂਦਾ ਸੀ। ਛਾਤੀ ਤੇ ਸੰਜੋਗ ਪਹਿਨੀ, ਤੀਰ ਰੋਕ ਲੈਂਦੀ ਸੀ, ਉਹ ਵੱਜ ਜਾਂਦੇ ਹੁੰਦੇ ਸੀ। ਪਰ ਸ੍ਰੀ ਗੁਰੂ ਅੰਗਦ ਦੇਵ ਜੀ, ਤੁਸੀਂ ਕਾਹਦੀ ਸੀਲ, ਤੁਸੀਂ ਕਾਹਦੀ ਸੰਜੋਗ ਪਹਿਨੀ ਹੈ? ਪਹਿਰ ਸੀਲ ਸੁਨਾਓ। ਸੀਲ ਦੇ 2 ਅਰਥ ਨੇ ਭਾਈ, ਹੋਰ ਜਗ੍ਹਾ ਵੀ ਪਾਠ ਆਇਆ ਸੀਲ ਕਈ ਜਗ੍ਹਾ। ਸੀਲ ਦਾ ਅਰਥ ਹੈ ਜਤ। ਜਤ, ਤੁਸੀਂ ਜਤ ਦੀ ਸੰਜੋਗ ਪਹਿਨੀ ਹੋਈ ਹੈ। ਤੇ ਜਤ ਸ਼ਬਦ ਨੂੰ ਸਮਝ ਲਓ, ਸਿਆਣੇ ਸੱਜਣ ਸੁਣਨਾ ਉਹਨੇ ਹੋ ਤੁਸੀਂ। ਜਤ ਇਹੀ ਨਹੀਂ ਕਿ ਗ੍ਰਿਸ਼ਤ ਨਹੀਂ ਕਰਨਾ, ਵਿਆਹ ਨਹੀਂ ਕਰਾਉਣਾ, ਚਮੜੀ ਦਾ ਸਪਰਸ਼ ਨਹੀਂ ਕਰਨਾ, ਕਿਤੇ ਇਸੇ ਨੂੰ ਜਤ ਨਾ ਸਮਝ ਬੈਠੇ ਹੋ। ਜਤ ਪੜ੍ਹਨੇ ਤਾਂ ਸੁਖਮਨੀ ਸਾਹਿਬ ਨੂੰ ਪੜ੍ਹੇ ਸੁਣਿਆ ਨਾ ਕਰੋ, ਵਿਚਾਰ ਲਿਆ ਕਰੋ, ਵਿਚਾਰ ਲਿਆ ਕਰੋ ਉਹਨੂੰ। ਤੇ ਕੀ ਹੁੰਦਾ ਜਤ? ਪੜੋ ਤਾਂ ਪੌੜੀ ਸਾਰੀ ਫਿਰ। ਪਰ ਤੇਰਾ ਰੂਪ ਨਾ ਪੇਖੈ ਨੇਤਰ, ਸੰਤ ਕੀ ਠਹਿਲ ਸਾਧ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਦੇਖੋ, ਰਸਨਾ ਨਹੀਂ, ਮਿਥਿਆ ਨਹੀਂ, ਰਸਨਾ ਪਰਸ, ਇਥੋਂ ਜਤ ਸ਼ੁਰੂ ਹੁੰਦਾ ਹੈ। ਜਤ ਕਿਤੇ ਸਰੀਰਕ ਭੋਗ ਦਾ ਨਹੀਂ ਹੈ, ਤੇਰੀਆਂ ਅੱਖਾਂ ਦਾ ਵੀ ਜਤ, ਤੇਰੀ ਜੀਭ ਦਾ ਵੀ ਜਤ, ਤੇਰੀਆਂ ਕੰਨਾਂ ਦਾ ਵੀ ਜਤ, ਤੇਰੇ ਬੋਲਣ ਦਾ ਸੁਣਨ ਦਾ ਵੀ ਜਤ, ਤੇ ਤੇਰੇ ਮਨ ਦਾ ਜਤ ਕੀ ਹੈ? ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਣਾ। ਅੱਜ ਕੇ ਆਖੋ ਸਤਿਨਾਮ। ਇੰਦਰੀ ਜਿਤ 5 ਦੋਖ ਤੇ ਰਹਿਤ, ਨਾਨਕ ਕੋ ਇੱਕ ਦੋਖ ਤੇ ਨਹੀਂ ਕਿਹਾ। ਇੱਥੇ ਸਿਆਣੇ ਬੈਠੇ ਹੋ, 5 ਦੋਖ ਤੇ ਰਹਿਤ। ਇਹ 5 ਦੋਖਾਂ ਦਾ ਜਤ ਰੱਖਣਾ ਸਿੱਖ ਨੇ। ਐਵੇਂ ਘਰ-ਬਾਰ ਛੱਡ ਕੇ ਬਾਹਰ ਜਤੀ ਬਣ ਕੇ ਨਹੀਂ ਆਖਣਾ। ਤੇ 6 ਜਤੀ ਹੁਣ ਤੱਕ ਬਣੇ, ਸ੍ਰਿਸ਼ਟੀ ਕਿੱਥੇ ਤਰ ਜਾਂਦੀ ਜਤੀ ਬਣ ਕੇ? ਫਿਰ ਪੜ੍ਹ ਲੋ 6 ਜਤੀ ਮਾਇਆ ਕੇ ਬੰਦਾ। ਅੱਜ ਤੱਕ ਇਸ ਧਰਤੀ ਦੇ ਉੱਤੇ ਜਿੱਦਣ ਦੀ ਸਾਜੀ ਹੈ ਧਰਤੀ, ਸਾਡੀ ਹਿੰਦੂ ਸੰਸਕ੍ਰਿਤੀ ਨੇ 6 ਜਤੀ ਮੰਨੇ। ਭੈਰੋ, ਲక్ష్మణ, ਦੱਤਾਤਰੇ ਆਦਿਕ 6 ਮੰਨੇ ਸਾਰੇ।
ਤੇ ਬਾਕੀ ਦੁਨੀਆ ਤਾਂ ਗਈ ਨਰਕਾਂ ਨੂੰ। ਅਜੇ ਆਖੋ ਸਤਨਾਮ। ਸਾਰੀ ਦੁਨੀਆ ਵਿੱਚ 6 ਜਤੀ ਹੋਏ ਨੇ ਹੁਣ ਤੱਕ, ਕਿਤੇ ਦੁਨੀਆ ਤਰ ਜਾਂਦੀ। ਤੇ ਤੁਹਾਨੂੰ ਗੁਰੂ ਨਾਨਕ ਨੇ ਆਖ ਦਿੱਤਾ ਉਹ ਘਰ-ਬਾਰ ਇਸਤਰੀ ਛੱਡ ਕੇ ਜਤੀ ਨਹੀਂ ਬਣਨਾ। ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਣ। ਵੇਖੋ ਕੈਸਾ ਜਤ ਦਿੱਤਾ ਹੈ ਤੈਨੂੰ। यही जत गुरु गोबिंद सिंह महाराज ने दत्ता है सिख नो कि निज नारी के संग ने हो तुम नीत बढ़ाइयो, पर नारी की सेज भूल सुपने होना चाहिए। ये जत दत्ता है। एक जत दे पिछे नहीं नठे भजे फिरना जतियां वांग। इंद्री जित पंच दोख ते रहे। ये पंजा इंद्रियां नू जित के तां सिख दा जत बनना है। अखां नाल वेखना की है, कन्नां नाल सुनना की है, रसना नाल बोलना की है, जीभा दे स्वादा नू किवें छड्डणे। तो सतगुर पातशाह ने पहर सील सुनाहो। सील कहिए जत, सील दा दूसरा नाम शांति। ये पंजाबी दा सुभाव बड़े सील सुभाव दा है। याद आई पंजाबी तुहानू सील शब्द? शांत सुभाव। जेड़ा पशु बहुत धर्मे वाला होवे ना ओनू सील कहने। गऊ सील है, ये मझ सील है। ये सील कहिए पर कादे नाल तुसी जत दी संजो पहनी होई है। तुसी संजम शांति दी संजो हथियारा नाल नहीं। पैर सील सुनाहो। जे तुसी जितने ना विकारां नू भाई फिर तुहानू जत दी संजो, जत दी वाड़ करनी पऊ। जत दा ही बॉडी गार्ड रखना पैना। अखां नाल ठीक वेखना है। नेत्रो मेहरियो हर तुम्हें जो धरी हर बिन अवर न देखो कोई। दुख नाल मैनू कहना पैंदा सिखो। गुरु अमरदास कहंदे जिन्हों देखदा रब दा रूप वेख, पर तैनू तां सगा भाई भाई नहीं दिखदा। आखो सतनाम। रब तू किथे वेख लवेगा? तैनू तां बापू बापू नहीं दिखदा कि तेरे वर्गे बथेरे फिरदे ने। वेखो तू रब नू इत्थे किथे वेख लवेगा? ऐ सरवणो मेरे ओ साचे सुनने नू पठाए, साचे सुनने नू पठाए। शरीर लाए सुन हो सत बाणी। ते सही जी सत बाणी तुसीं सुणदे ही है। मैं तां परसों भी तुहानू कहा सी कि गिनती करया करो कमेंटरी दे विच अपने अपने इलाके च ते गुरुद्वारे किन्ने सिख जाने, सिनेमिया च बैंकट हालां ते पब्बां च किन्ने जाने। 5% भी नहीं निकलने तुसीं जेड़े इत्थे आउंदे हो। 95% तां आले दुआले घुमदे फिरदे आ। मैं आख्या 15-20% तां इहो जे भी होने आ तुहाडे सिखां दे लाणे जिन्हां नूं पता ही नहीं होना भी इत्थे गुरुद्वारा हैगा कि नहीं। अज आखो सतनाम। वो भी कहंदे सिख असीं, वो भी अपने नाम नाल सिंह लाउंदे ने। गुरु घर दा ही पता नहीं कि गुरु घर हैगा। कथा कीर्तन कद हुंदी है, बाणियां दा पाठ कद हुंदा है उत्थे। किधर नूं असीं गुरसिख प्यारिओ किवें जितांगे विकारां नूं? महाराज कहंदे ऐ सरवणो मेरे ओ साचे सुनने नूं पठाए। तेरे शरीर नूं ताहीं लाए ने तू सच सुणे। जिहनूं सुणे ओदे विचों सच लभे। साचे सुणन है। दो नाणे इकट्ठे बोलने भाई। साचे सुनण नो पठाए शरीर लाए सुन हो सत बाणी। ते सारियां गल्लां नूं हथ कादे वास्ते दत्ते? पाम सुहावे जाता तिर जुल दे। पैर दत्ते ने चल के जा गुरुद्वारे संगत कर लंगर विच। पाम सुहावे जाता तिर जुल दे, सीस सुहावा चरनी। ये सिर दत्ता है जे इनू चंगा करने, शुभ नीक करने ਤਾਂ ਗੁਰੂ ਦੇ ਚਰਨਾਂ ਤੇ ਰੱਖ ਅੰਮ੍ਰਿਤ ਵੇਲੇ ਸ਼ਾਮ ਨੂੰ ਜਾ ਕੇ। ਸੀਸ ਸੁਹਾਵਾ ਚਰਣੀ। ਤੇ ਨਹੀਂ ਤਾਂ ਫਿਰ ਵੇਖ ਲਓ ਹੁਕਮ ਸਾਡੇ ਖਾਤਰ ਹੈ। ਕਿਤੇ ਸਿੱਖੋ ਵਹਿਮ ਨਾ ਕਰਿਓ। ਬਾਣੀ ਹੋਰਾਂ ਨੂੰ ਉਪਦੇਸ਼ ਦਿੰਦੀ ਹੈ। ਮੈਂ ਆਪਣੇ ਆਪ ਲਾਣੇ ਨੂੰ ਵੀ ਕਹਿਣਾ ਜਿਹੜੀ ਕਥਾ ਅਸੀਂ ਤੁਹਾਨੂੰ ਸੁਣਾਉਨੇ ਬਾਣੀ ਪੜ੍ਹ ਕੇ ਸੁਣਾਉਨੇ ਆ। ਸਾਡਾ ਲਾਣਾ ਤਾਂ ਇੰਨਾ ਮੈਨੇ ਬੈਠਾ ਵੀ ਸਾਡੀ ਪੜ੍ਹਨ ਦੀ ਉਹ ਡਿਊਟੀ ਹੈ। ਅਜ ਆਖੋ ਸਤਨਾਮ। ਸਾਡੀ ਸੁਣਾਉਣ ਦੀ ਡਿਊਟੀ ਹੈ। ਤੇ ਹੱਸ ਪਏ ਤੁਸੀਂ ਸਾਡੀ ਗੱਲ ਤੇ ਤੁਸੀਂ ਵੀ ਤਾਂ ਇਹੀ ਮੰਨੀ ਬੈਠੇ ਹੋ ਸਾਡੀ ਸੁਣਨ ਦੀ ਉਹ ਡਿਊਟੀ ਹੈ। ਅੱਜ ਆਖੋ ਸਤਨਾਮ। ਗਾਹਾਂ ਤੁਸੀਂ ਵੀ ਨਹੀਂ ਲੰਘੇ। ਸਾਡੀਆਂ ਗੱਲਾਂ ਤੇ ਨਾ ਹੱਸੋ। ਦੋਏ ਪਾਲੜੇ ਸਾਹਮਣੇ ਦੇਖਦੇ ਨੇ ਸਾਡੇ। ਸਾਡਾ ਲਾਣਾ ਕਹਿੰਦਾ ਸੁਣਾਉਣ ਨੂੰ ਆਏ ਆ ਇੱਥੇ, ਤੁਸੀਂ ਗੁਰਦੁਆਰੇ ਸੁਣਨ ਨੂੰ ਆਏ ਆ। ਮੰਨਣ ਵਾਲੇ ਤਾਂ ਦੋਏ ਵੀ ਨਹੀਂ ਬਣੇ, ਵਰਤਣ ਵਾਲੇ ਤਾਂ ਦੋਏ ਨਹੀਂ ਮੰਨੇ। ਕਹਿਣ ਸੁਣਾਵਣ ਕੋ ਕਈ केते, कई इत्थे सुनाउण वाले कई सुनने वाले फिरदे हैं। ऐसो जन बिरलो है सेवक जो तत जो को बेत। जेड़ा उन्हां विचों कहण वाला भी सुनने वाला भी तत नूं कढे, सार तत प्राप्त करे। ओ गुरु ग्रंथ साहब जी कहंदे बिरला ही कोई सेवक गुरसिख प्यारिओ। असीं पढ़न सुन तक सुनाउण तक रह गए। सानू बाणी विच हर एक जगह बचन है जो सुनाउने ओनू मन
ਜੋ ਸੁਣਦਾ ਹੈ ਉਹਨੂੰ ਮਨ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਕਬੀਰ ਸਾਹਿਬ ਨੇ ਵੀ ਸਿੱਧਾ ਹੀ ਕਹਿਤਾ, ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਖ ਹੈ ਰੇਤ। ਹੋਰਾਂ ਨੂੰ ਤਾਂ ਕਹਿੰਦਾ ਮੁਖ ਵਿੱਚ ਅੰਮ੍ਰਿਤ ਪਾ, ਮੁਖ ਵਿੱਚ ਬਾਣੀ ਪੜ, ਰਾਮ ਦਾ ਨਾਮ ਲੈ, ਆਪਣੇ ਮੂੰਹ ਵਿੱਚ ਰੇਤਾ ਹੀ ਪਾਈ ਫਿਰਦਾ। ਕਿਰਕਰਾ ਹੁੰਦਾ ਨਾ, ਕਦੇ ਮਿੱਠਾ ਬੋਲਿਆ ਹੀ ਨਹੀਂ, ਕਦੇ ਕਿਸੇ ਨਾਲ ਕੂਇਆ ਹੀ ਨਹੀਂ ਚੰਗੇ ਸ਼ਬਦਾਂ ਵਿੱਚ, ਰੇਤਾ ਹੀ ਚੱਬਦਾ ਫਿਰਦਾ। ਹੋਰਾਂ ਨੂੰ ਕਹਿੰਦਾ ਅੰਮ੍ਰਿਤ ਖਾਓ, ਅੰਮ੍ਰਿਤ ਪੀਵੋ, ਮੁਖ ਮੇ ਪਰਖੈ ਰੇਤ, ਰਸ ਬਰਾਨੀ ਰਾਗ ਤੇ ਖਾਇਆ ਘਰ ਕਾ ਖੇਤ। ਲੋਕਾਂ ਦੀ ਕਣਕ ਨੂੰ ਵਾੜ ਕਰਦਾ ਫਿਰਦੇ ਤੇ ਆਪਣਾ ਖੇਤ ਝੋਟਿਆਂ ਤੇ ਹੀ ਖੜਾ ਲਿਆ। ਅਜ ਖੇ ਆਖੋ ਸਤਨਾਮ, ਖਾਇਆ ਘਰ ਕਾ ਖੇਤ। ਤੇਰਾ ਹਿਰਦਾ ਰੂਪੀ, ਤੇਰਾ ਤਨ ਰੂਪੀ ਖੇਤ ਤਾਂ ਲੋਭ ਮੋਹ ਵਿਕਸੇ ਵਿਕਾਰਾਂ ਨੇ ਖਾ ਲਿਆ, ਉਜਾੜ ਕਰਤਾ। ਤੇ ਲੋਕਾਂ ਨੂੰ ਉਪਦੇਸ਼ ਕਰਦਾ, ਕੁੰਡਾ ਲਾ ਕੇ ਰੱਖਿਆ ਕਰੋ, ਜਿੰਦੇ ਲਾਇਆ ਕਰੋ, ਰਾਤ ਨੂੰ ਕਣਕ ਦੇ ਅੱਗੇ ਵਾੜ ਕਰ ਦੋ, ਗਲੇ ਨਾ ਵੜ ਜਾਣ, ਮੈਸਾਂ ਨਾ ਵੜ ਜਾਣ। ਆਪਣੇ ਖੇਤ ਵਿੱਚ ਡੱਕਾ ਹੈ ਹੀ ਨਹੀਂ। ਅੱਜ ਖੇ ਆਖੋ ਸਤਨਾਮ। ਬਸ ਐਸੀ ਗੱਲ ਹੋਈ ਵੀ ਹੈ ਗੁਰਸਿੱਖ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ। ਪਹਿਰ ਸੁਨਾਹੋ, ਸੀਲ ਸੁਨਾਹੋ, ਜਤ ਦੀ ਸੁਨਾਹ ਪਹਿਨ ਲਈ ਗੁਰੂ ਅੰਗਦ ਦੇਵ ਪਾਤਸ਼ਾਹ ਨੇ। ਕਾਹਦੀ? ਲੋਹੇ ਦੀ ਨਹੀਂ, ਕੋਈ ਬੁਲਟ ਪ੍ਰੂਫ ਚੀਜ਼ਾਂ ਮੈਟਲ ਦੀ ਨਹੀਂ ਪਹਿਨੀ। ਜੇ ਤੁਸੀਂ ਵੀ ਵਿਸ਼ੇ ਵਿਕਾਰਾਂ ਤੋਂ ਬਚਣੇ, ਇਹਨਾਂ ਤੋਂ ਬਚਣੇ, ਫਿਰ ਜਤ ਦੀ ਜਿਹੜਾ ਸੰਜਮ ਵਿੱਚ ਲਿਆਓ। ਸਮਦਮ, ਸਮਦਮ ਪਾਠ ਆਉਂਦਾ ਨਾ, ਸੰਜਮ। ਸੰਜਮ ਦਾ ਅਰਥ ਹੈ ਸਮਦਮ, 10 ਇੰਦਰੀਆਂ ਤੇ ਕੰਟਰੋਲ ਕਰ ਲੈਣਾ। ਉਹਨੂੰ ਬਾਣੀ ਵਿੱਚ ਲਿਖਿਆ ਸਮਦਮ, ਇਹਨਾਂ ਨੂੰ ਅਧੀਨ ਕਰ ਲੈਣਾ ਆਪਣੇ। हे ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਸੰਜੋ ਪਹਿਨੀ ਹੈ। ਕਾਹਦੀ? ਜਤ ਦੀ, ਸ਼ਾਂਤੀ ਦੀ। ਪਹਿਰ ਸੀਲ ਸੁਨਾਹੋ। ਕਹੋ ਕੀ ਨਾ ਜੀ ਨਾ, ਸਖਤ ਬਿਦਾਰ ਰਹਿ ਗਏ। ਪਹਿਰ ਸੀਲ ਸੁਨਾਹੋ ਸਖਤ ਵਿਦਾਰ। ਰਿਕਸ਼ਿਆਂ ਜਦ ਆਪਾਂ ਕਥਾ ਕਰੀਏ ਨਾ, ਚਾਹ ਪੀ ਲਈ ਦੀ ਇੱਕ ਕੱਪ ਕੈੜੀ ਜੀ। ਮੈਂ ਕੈੜੀ ਜੀ ਪੀ ਕੇ ਆਉਣਾ ਪੂਰੀ, ਤੇ ਤੂੰ ਵੀ ਹੁਣ ਨਾ ਜਿੰਨਾ ਚਿਰ ਪੜ੍ਹਨਾ ਹੈ ਨਾ, ਸੋਹਣੀ ਕੈੜੀ ਦੀ ਪੱਤੇ ਪਾ ਕੇ ਚਾਹ ਛਕ ਲਈ। ਗੱਜ ਕੇ ਆਖੋ ਸਤਨਾਮ। ਮੇਰੇ ਨਾਲੋਂ ਕੰਮ ਅਮਰੀਕ ਸਿੰਘ ਦਾ ਔਖਾ ਹੈ, ਕਿਤੇ ਐ ਨਾ ਸਮਝਿਓ। ਔਖਾ ਇਹਨਾਂ ਦਾ ਕੰਮ, ਤੁਹਾਡੇ ਨਾਲੋਂ ਵੀ ਔਖਾ ਹੈ। ਸਮਝਿਆ ਕਦੇ ਕਿਸੇ ਗੱਲ ਨੂੰ? ਨਾਲੇ ਤੈਨੂੰ ਪੜ੍ਹਨਾ ਪੈਂਦਾ, ਨਾਲੇ ਮੈਨੂੰ ਸੁਣਨਾ ਪੈਂਦਾ। ਆਖੋ ਸਤਨਾਮ। ਇਹਦਾ ਕੰਮ ਮੇਰੇ ਨਾਲੋਂ ਔਖਾ ਹੈ। ਪੜ੍ਹਨ ਵਾਲੇ ਦੇ ਜਿਹੜਾ ਕਥਾ ਪੜ੍ਹੇ ਨਾ, ਜਦ ਉਹਨੇ ਅਰਥ ਕਰਨੇ, ਮੇਰੇ ਵਰਗੇ ਨੇ ਉਹਦਾ ਧਿਆਨ ਉਧਰ ਚਲੇ ਜਾਣਾ। ਉਹਨੇ ਸੁਣਨੀ ਵੀ ਹੈ ਨਾ ਕਥਾ। ਇਸ ਕਰਕੇ ਇਹਨੂੰ ਦੋ ਕੰਮ ਕਰਨੇ ਪੈਣੇ। ਮੈਨੂੰ ਤਾਂ ਇੱਕੋ, ਤੁਹਾਨੂੰ ਵੀ ਇੱਕੋ। ਮੈਨੂੰ ਸੁਣਾਉਣਾ ਪੈ ਰਿਹਾ ਹੈ, ਤੁਹਾਨੂੰ ਸੁਣਨਾ ਪੈ ਰਿਹਾ ਹੈ। ਇਹਨੂੰ ਸੁਣਨਾ ਵੀ ਪੈ ਰਿਹਾ ਤੇ ਸੁਣਾਉਣਾ ਵੀ ਪੈ ਰਿਹਾ ਹੈ। ਇਹਨੂੰ ਦੋ ਗੱਲਾਂ ਕਰਨੀ। ਇਸ ਕਰਕੇ ਕਿਹੜੀ ਜੀ ਨੇ ਕਾਫੀ ਦਾ ਕੱਪ ਲੈ ਲਿਆ, ਫਿਰ ਕਥਾ ਠੀਕ ਰਹਿੰਦੀ ਹੈ। ਗੱਜ ਕੇ ਆਖੋ ਸਤਨਾਮ। ਫਿਰ ਪੜਿਓ ਜੀ ਪਹਿਰ ਸੀਲ। ਪਹਿਰ ਸੀਲ ਸੁਨਾਹੋ ਸਖਤ ਵਿਦਾਰ। ਹੁਣ ਸਖਤ ਸ਼ਬਦ ਨੂੰ ਸੁਣੋ ਪਿਆਰ ਨਾਲ। ਮੈਨੂੰ ਬਲਬੀਰ ਸਿੰਘ ਕਹਿੰਦਾ ਜੀ, ਇਹ ਕਿੰਨੇ ਕੁ ਗੇੜਿਆਂ ਚ ਕਥਾ ਮੁੱਕੂਗੀ? ਅੱਜ ਕੇ ਆਖੋ ਸਤਨਾਮ। ਪਵਿੱਤਰ ਸੁ ਬੈਠਾ ਉਹ ਵੀ ਕਹਿੰਦਾ। ਮੈਂ ਕਿਹਾ ਵੀ ਕੱਲ ਦਾ ਪਤਾ ਨਹੀਂ ਗੁਰਮੁਖੋ, ਜਿੰਨੀ ਕੁ ਸੇਵਾ ਕਰਾ ਲੋ। ਇਹ ਕਿਹੜੀ ਗੱਲ ਹੈ? ਇੱਥੇ ਕੋਈ ਸਾਡਾ ਠੇਕਾ ਥੋੜੋ। ਐਸੀ ਕਹਿ ਸਕਦੇ ਕਿ ਮੈਂ ਮੁਕਾ ਦੇਣੀ ਹੈ ਕਥਾ। ਹੈ ਕਿੱਥੇ ਮੁੱਕਣ ਵਾਲੀ ਹੈ? ਗਾਤ ਬੋਧ ਕਥਾ ਹੈ। ਤੇ ਤਾਂ ਜਿੰਨੀ ਤੁਹਾਡੇ ਚਰਨਾਂ ਦੀ ਧੂੜ ਮਿਲਦੀ ਹੈ, ਠੀਕ ਹੈ ਗੁਰਸਿੱਖ ਪਿਆਰਿਓ। ਤੇ ਇਹਨਾਂ ਨੇ ਵੀ ਬਚਨ ਕੀਤਾ, ਮੈਂ ਆਪ ਵੀ ਬਚਨ ਕਰਦਾ ਤੁਹਾਨੂੰ ਕਿ ਕਥਾ ਮੈਥੋਂ ਛੇਤੀ ਹੋਏ ਨਹੀਂ ਸਕਦੀ, ਬਸ ਮੇਰੇ ਬਸ ਦੀ ਗੱਲ। ਦੂਜੀ ਗੱਲ, ਮੈਂ ਕੋਸ਼ਿਸ਼ ਵੀ ਕਰਾਂ, ਉਹ ਮੇਰੇ ਰੈਕਟ ਵਿੱਚ ਫਰਕ ਪੈਂਦਾ ਹੈ। ਮੈਂ ਤੁਹਾਨੂੰ ਬੇਨਤੀ ਰੂਪ ਬੇਨਤੀ ਕਰਦਾ ਕਿ ਦਾਸ ਦੀਆਂ ਜਿਹੜੀਆਂ ਟੇਪਾਂ ਨੇ, ਉਹ ਲੋਕਾਂ ਦੇ ਘਰਾਂ ਵਿੱਚ ਨਹੀਂ ਜਾਣੀਆਂ। ਇੱਕ ਤਾਂ ਤੁਸੀਂ ਸੁਣਦੇ ਹੋ ਨਾ ਟੇਪਾਂ, ਉਹ ਨਹੀਂ। ਦਾਸ ਨੂੰ ਗੁਰੂ ਗ੍ਰੰਥ ਸਾਹਿਬ ਤੇ ਮਹਾਂਪੁਰਸ਼ ਜਿਨ੍ਹਾਂ ਨੇ 4 ਅੱਖਰ ਵਿਦਿਆ ਦੇ ਪੜ੍ਹਾਏ ਨੇ ਨਾ, ਇਹ ਮਾਣ ਬਖਸ਼ਿਆ ਕਿ ਹਿੰਦੁਸਤਾਨ ਦੇ ਵਿਦਵਾਨ ਦਾਸ ਦੀਆਂ ਟੇਪਾਂ ਸੁਣਦੇ। ਜਿਹੜੇ ਹੋਰਾਂ ਨੂੰ ਸੁਣਾਉਂਦੇ ਨੇ, ਉਹ ਲੈ ਕੇ ਸੁਣਦੇ ਨੇ। ਉੱਥੇ ਮੈਨੂੰ ਇੱਕ ਫਿਰ ਇਹ ਡਰ ਰਹਿੰਦਾ ਹੈ ਕਿ ਆਮ ਬੰਦਾ ਸੁਣ ਲਵੇ, ਉਹਨੇ ਤਾਂ ਕੋਈ ਨੁਕਤਾਚੀਨੀ ਨਹੀਂ ਕਰਨੀ। ਪਰ ਜਦ ਕੋਈ ਵਿਦਵਾਨ ਟੇਪ ਸੁਣੂਗਾ ਬਾਣੀ ਦੇ ਅਰਥਾਂ ਦੀ, ਜੇ ਮਾੜੀ ਮੋਟੀ ਊਣਤਾਈ ਰਹਿ ਗਈ ਤੇ ਮੇਰੇ ਤੇ ਸੁਹਾਗਾ ਫਿਰ ਗਿਆ। ਅੱਜ ਖੇ ਆਖੋ ਸਤਨਾਮ। ਮੇਰੇ ਵਾਲਾ ਕੰਮ ਗਿਆ ਆ ਗੁਰਸਿੱਖ ਪਿਓ। ਗਨਕਾ ਦੀ ਸਟੋਰੀ ਜਿਹੜੀ ਮਰਜੀ ਸੁਣੀ ਜਾਓ, ਕੀ ਵਿਦਿਆ ਲੈਣੀ ਉਹ ਚੋਂ? ਪੁਰਾਣੇ ਸੰਤ ਨੇ ਏਦਾਂ ਕਰਤਾ, ਪੁੱਤ ਦੇ ਤਾਂ ਕੁੜੀ ਬਣ ਗਈ, ਫੇਰ ਪੁੱਤ ਬਣ ਗਿਆ। ਜੋ ਮਰਜੀ ਸੁਣੀ ਜਾਓ ਤੇ ਕਿਆ ਨੁਕਤਾਚੀਨੀ ਨਹੀਂ ਕਰੋਗੇ ਤੁਸੀਂ? ਇਹ ਕੱਚੀਆਂ ਪੀਲੀਆਂ ਗੱਲਾਂ, ਜਿਸ ਕਰਕੇ ਬਹੁਤ ਸਹਿਜ ਨਾਲ, ਬਹੁਤ ਡਰ ਕੇ ਬਾਣੀ ਦੀ ਕਥਾ ਕਰਨੀ ਪੈਂਦੀ ਹੈ। ਦੇਖੋ ਕਿੱਡੇ ਵਿਦਵਾਨ ਆਏ ਤੁਹਾਡੇ ਕੋਲ, ਗਿਆਨੀ ਗੁਰਦੀਪ ਸਿੰਘ ਜੀ।
ਉਹ 15 ਸਾਲ ਤਾਂ ਸੱਚਖੰਡ ਤਖਤ ਤੇ ਹੈਡ ਗ੍ਰੰਥੀ ਰਹੇ ਨੇ। ਗਿਆਨੀ ਗੁਰਦੀਪ ਸਿੰਘ ਜਿਹੜੇ ਕਥਾ ਕਰਕੇ ਗਏ ਨਾ, ਹਰਦੀਪ ਸਿੰਘ ਸੱਚਖੰਡ, ਉੱਥੇ ਸਖਾਲਾ ਕੰਮ ਨਹੀਂ ਕੋਈ ਗ੍ਰੰਥੀ ਰਹਿਣਾ। ਤੇ ਫਿਰ ਬਹੁਤ ਸਮਾਂ ਉਹਨਾਂ ਨੇ ਪਿੰਡਰਾਲੀ ਟਕਸਾਲ ਵਿੱਚ ਵਿਦਿਆ ਪੜ੍ਹੀ, ਗ੍ਰੰਥ ਪੜ੍ਹੇ। ਤੇ ਹੁਣ 15 ਸਾਲ ਹੋ ਗਏ ਰਿਟਾਇਰ ਹੋਇਆਂ ਨੂੰ ਵੀ, 24 ਘੰਟੇ ਇਹੀ ਕੰਮ ਉਹਨਾਂ ਦਾ। ਉੱਥੇ ਪੁੱਛਿਓ ਭਾਈ ਸਾਧੂ ਸਿੰਘ ਨੂੰ, ਉਹ ਜਿਹੜੀਆਂ ਪਿਛਲੀਆਂ ਸਵਈਆਂ ਦੀਆਂ ਕੀਤੀਆਂ ਸੀ ਨਾ ਟੇਪਾਂ, ਇੱਥੇ ਆਪਾਂ ਨੇ ਉਹ ਮੁੱਲ ਲੈ ਕੇ ਗਏ ਨੇ। ਅੱਜ ਕੇ ਆਖੋ ਸਾਧੂ, ਇੱਕੋ ਇੱਕ ਪ੍ਰਮਾਣ ਤੁਹਾਨੂੰ, ਉਹ ਪੈਸੇ ਦੇ ਕੇ ਸਾਧੂ ਸਿੰਘ ਤੋਂ ਪੂਰਾ ਸੈੱਟ ਲੈ ਕੇ ਗਏ ਗਿਆਨੀ ਹਰਦੀਪ ਸਿੰਘ। ਇਹੀ ਗੱਲ ਪੰਜਾਬ ਵਿੱਚ ਸਾਰੇ ਹੈ, ਇੰਡੀਆ ਵਿੱਚ, ਜਿਸ ਕਰਕੇ ਹਰ ਇੱਕ ਸ਼ਬਦ ਨੂੰ ਸਮਝੋ ਕਥਾ ਦੇ ਵਿੱਚ। ਤੁਸੀਂ ਸਾਕਤ ਸ਼ਬਦ ਬਹੁਤ ਵਾਰ ਸੁਣਿਆ ਨਾ, ਕਿਹਾ ਵੀ ਬਹੁਤ ਵਾਰ ਹੋ, ਸਾਕਤ ਤੇ ਸ਼ੁਕਰ ਭਲਾ, ਤੇ ਆਪ ਵੀ ਆਪਾਂ ਕਹਿੰਦੇ ਤਾਂ ਸਾਕਤ ਹੈ। ਸਾਕਤ ਸ਼ਬਦ ਬਣਿਆ ਕਿੱਥੋਂ ਹੈ, ਕਿਸ ਭਾਸ਼ਾ ਦਾ ਸ਼ਬਦ ਹੈ? ਸਾਕਤ ਸ਼ਬਦ ਸਖਤ ਤੋਂ ਬਣਿਆ, ਨੋਟ ਕਰ ਲਿਓ। ਅਸਲ ਇਹਦਾ ਮੂਲ ਸਖਤ ਸ਼ਬਦ ਹੈ। ਸੱਸਾ ਪੈਰ ਵਿੱਚ ਬਿੰਦੀ, ਕੱਕਾ ਤੱਤੇ ਨੂੰ ਸਿਆਰੀ, ਸਖਤ। ਇੱਥੇ ਪਾਠ ਆਇਆ ਹੁਣੇ, ਜਿੱਥੇ ਸਖਤ ਸ਼ਬਦ ਆਵੇ ਨਾ, ਉਸ ਸਖਤ ਦਾ ਅਰਥ ਹੈ ਮਾਇਆ। ਨੋਟ ਕਰ ਲਿਓ, ਪਦਾਰਥ। ਸਖਤ ਸੰਸਕ੍ਰਿਤ ਦਾ ਸ਼ਬਦ ਹੈ, ਮਾਇਆ। ਸਖਤ ਤੋਂ ਬਣਿਆ ਸਾਕਤ, ਜੋ ਮਾਇਆ ਦੇ ਆਧਾਰ ਤੇ ਜਿਉਂਦਾ ਹੋਵੇ। ਅੱਜ ਕੇ ਆਖੋ ਸਤ, ਜਿਹਨੇ ਮੁੱਖ ਮਾਇਆ ਹੀ ਰੱਖੀ ਹੋਵੇ ਉਹਦਾ ਨਾਮ ਸਾਕਤ ਹੈ। ਇਹ ਸਖਤ ਸ਼ਬਦ ਤੋਂ ਬਣਿਆ, ਜਿਹੜਾ ਇੱਥੇ ਬਰਾਏ ਜੀ ਆਪਣੀ ਸ਼ਬਦ ਵਿੱਚ ਵਰਤ ਰਹੇ ਨੇ। ਪੈਰ ਸੀਲ ਸਨਾਹੋ ਸਖਤ ਬਿਦਾਰ। हे ਗੁਰੂ ਅੰਗਦ ਦੇਵ ਜੀ, ਤੁਸੀਂ ਜਤ ਦੀ ਸੀਲ ਪਹਿਨ ਕੇ, ਸੀਲ ਦੀ ਸਨਾਹੋ ਸੰਜੋ ਪਹਿਨ ਕੇ ਨਾ ਸਰੀਰ ਦੇ ਉੱਤੇ 10 ਇੰਦਰੀਆਂ ਨੂੰ ਵਸ ਕਰਕੇ ਤੁਸੀਂ ਮਾਇਆ ਨੂੰ ਬਿਦਾਰ ਦਿੱਤਾ ਹੈ, ਮਾਇਆ ਨੂੰ ਕੋਲੋਂ ਨਠਾ ਦਿੱਤਾ ਹੈ। ਅੱਜ ਕੇ ਆਖੋ ਸਤ, ਜਿੱਥੇ ਮਾਇਆ ਆ ਗਈ, ਜਿੱਥੇ ਮਾਇਆ ਆਉ ਪਦਾਰਥ, ਉੱਥੇ ਗੁਰਮੁਖ ਪਿਆਰਿਓ ਪਹਿਲੀ ਗੱਲ ਵਧਾਉਣ ਦੀ ਤ੍ਰਿਸ਼ਨਾ। ਦੂਜੀ ਗੱਲ, ਜਿਉਂ-ਜਿਉਂ ਵਧੂਗੀ ਹਉਮੈ ਦਾ ਤਾਪ ਵਧਦਾ ਜਾਓ। ਤੇ ਤ੍ਰਿਸ਼ਨਾ ਤੇ ਹਉਮੈ ਜਿੱਥੇ ਦੋ ਆ ਗਈਆਂ, ਉੱਥੇ ਨਾ ਜਗ ਰਹਿਣਾ ਨਾ ਰੱਬ ਰਹਿਣਾ। ਅੱਜ ਕੇ ਆਖੋ ਸਤ, ਉੱਥੇ ਵਿਕਾਰੇ ਵਿਕਾਰ। ਜਿਸ ਨਾਲ ਮਾਇਆ ਆ ਗਈ, ਬਸ ਸਹਿਸ ਖੱਟੇ ਲੱਖ ਕਾ ਉਠਤਾਵੇ। ਨਵੀਂ ਪਹਿਲੀ ਗੱਲ ਮਾਇਆ ਨੇ ਕਰਨੀ ਹੈ, ਜੇ ਇੱਕ ਹੋ ਗਿਆ ਤਾਂ ਦੋ ਕਿਵੇਂ ਬਣਨ, ਜੇ ਦੋ ਹੋ ਗਏ ਚਾਰ ਕਿਵੇਂ ਬਣਨ, ਜੇ 1000 ਹੋ ਗਿਆ ਸਹਸ ਖੱਟੇ, ਹੁਣ ਲੱਖਾਪਤੀ ਕਿਵੇਂ ਬਣਾ? ਲੱਖ ਬਣ ਗਏ ਕਰੋੜਪਤੀ, ਬਣ ਗਈ ਨਾ ਤ੍ਰਿਸ਼ਨਾ। ਆਉਂਦੇ ਸਾਰ ਇਹਨੇ ਤ੍ਰਿਸ਼ਨਾ ਪੈਦਾ ਕਰਨੀ ਹੈ। ਇੱਕ ਕਥਾ ਸੁਣਦਾ ਹੁੰਦਾ ਸੀ ਪੰਡਤਾਂ ਤੋਂ, ਨੌਜਵਾਨ ਮੁੰਡਾ, ਉਹਦੇ ਕੋਲ 1 ਰੁਪਈਆ ਸੀ, ਚਾਂਦੀ ਦੇ ਰੁਪਈਏ ਹੁੰਦੇ ਸੀ ਉਦੋਂ। ਇੱਥੇ ਥੋੜੇ ਇਹਨਾਂ ਨੇ ਤੋਰੇ ਤੇ, ਹੁਣ ਵੀ ਹੈਗੇ 70-72 ਦਾ ਵਿਕਦਾ ਹੈ। ਉਹ ਪੰਡਤ ਜੀ ਨੇ ਕਥਾ ਸੁਣਾਤੀ, ਅਗੇ ਮਾਇਆ ਨੂੰ ਮਾਇਆ ਖਿੱਚਦੀ ਹੈ ਬਈ, ਮਾਇਆ ਨੂੰ ਮਾਇਆ ਖਿੱਚਦੀ ਹੈ। ਉਹ ਕਹਿੰਦਾ ਇਹ ਤਾਂ ਸਖਾਲਾ ਹੀ ਤਰੀਕਾ ਹੈ। ਦੂਏ ਦਿਨ ਬਾਜ਼ਾਰ ਜਾਵੇ, ਕੋਈ ਸ਼ੇਠ ਆਪਣਾ ਦੁਕਾਨ ਤੇ ਗੱਲਾਂ ਢੇਰੀ ਕਰਕੇ, ਗਿਣਦੇ ਨਹੀਂ ਹੁੰਦੇ ਗੱਲੇ, ਉਹ ਢੇਰੀ ਲਾਈ ਗੱਲਾਂ ਗਿਣਦਾ ਸੀ। ਕਹਿੰਦਾ ਇੱਥੇ ਖਾਸੀ ਪਈ ਹੈ, ਆਪਣੇ ਵਾਲਾ ਰੁਪਈਆ ਭਗਾ ਕੇ ਮਾਰਿਆ, ਕਹਿੰਦਾ ਖਿੱਚ ਕੇ ਲਿਆਊ ਹੋਰ ਨੂੰ ਢੇਰੀ ਦੇ ਵਿੱਚ। ਤੇ ਖੜਾ ਦੇਖੀ ਗਿਆ ਵੀ ਹੁਣ ਖਿੱਚਦੀ ਹੈ ਕਿ ਨਹੀਂ, ਉਹ ਕਿੱਥੇ ਮੁੜਨਾ ਤਾਂ ਉਹਨੇ, ਉਹਨਾਂ ਨੇ ਉਹ ਵੀ ਚੱਕ ਕੇ ਗੱਲੇ ਚ ਪਾ ਲਿਆ। ਪੰਡਤਾਂ ਦੇ ਗਲ ਪੈ ਗਿਆ ਕੇ, ਕਹਿੰਦਾ ਤੂੰ ਝੂਠ ਬੋਲਦਾ ਮੰਦਰ ਵਿੱਚ, ਅਗੇ ਮਾਇਆ ਨੂੰ ਮਾਇਆ ਖਿੱਚਦੀ ਹੈ। ਕਹਿੰਦਾ ਖਿੱਚਦੀ ਹੈ, ਸੱਚ ਹੈ। ਕਹਿੰਦਾ ਮੈਂ ਰੁਪਈਆ ਸਿੱਟਿਆ, ਮੁੜਿਆ ਹੀ ਨਹੀਂ। ਕਹਿੰਦਾ ਮੂਰਖਾ, ਤੇਰੇ ਵਾਲਾ ਰੁਪਈਆ ਉਹਨੇ ਖਿੱਚ ਲਿਆ। ਅੱਜ ਕੇ ਆਖੋ ਸਤਨਾਮ, ਤੂੰ ਝੂਠ ਕਿਵੇਂ ਕਹਿ ਦਵੇਂ? ਜੇ ਉੱਥੇ ਢੇਰੀ ਨਾ ਹੁੰਦੀ ਤੂੰ ਕਾਹਨੂੰ ਸਿੱਟਦਾ? ਤੂੰ ਸਿੱਟੀ ਉੱਥੇ ਜਿੱਥੇ ਪਈ ਸੀ। ਇਹ ਖਿੱਚਦੀ ਹੈ, ਇਹ ਆਪਣੇ ਵੱਲ ਤ੍ਰਿਸ਼ਨਾ ਪੈਦਾ ਕਰਦੀ ਹੈ। ਸਹਿਸ ਕਟੇ ਲੱਖ ਉੜਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ। ਜਦ ਆ ਗਈ 1000 ਤੇ ਜਦੋਂ ਤੁਹਾਡੇ ਕੋਲ ਲੱਖ ਬਣ ਜਾਣੇ, ਕੋਈ ਵਿਰਲਾ ਹੀ ਬਚੂਗਾ ਜਿਹਦੇ ਵਿੱਚ ਮੈਂ ਨਾ ਆਵੇ, ਜਿਹਦੇ ਵਿੱਚ ਹਉਮੈ ਨਾ ਆਵੇ। ਕਿਉਂਕਿ ਮਾਇਆ ਪਦਾਰਥ ਵਧੀ ਤੇ ਤੇਰਾ ਸਤਕਾਰ ਹੋਣ ਲੱਗਣਾ। 4 ਭਾਈਆਂ ਨੇ ਸਤਿ ਸ੍ਰੀ ਅਕਾਲ ਬੁਲਾਉਣੀ ਹੈ। ਪਰਸੂ ਪਰਸਾ ਪਰਸਰਾਮ ਪੜ੍ਹੀ ਹੋਇਆ ਤੁਸੀਂ। ਜਦ ਤੇਰਾ ਸਤਕਾਰ ਹੋਣ ਲੱਗਣਾ, ਫਿਰ ਤੁਲਸੀ ਜੀ ਰਮਾਇਣ ਵਿੱਚ ਬਚਨ ਕਰ ਗਏ, ਐਸਾ ਕੋ ਜਨਮਿਓ ਜਗ ਮਾਹੀ, ਮਾਣ ਪਾਏ ਮਦ ਪਾਵਤ ਨਾਹੀ। ਇਹ ਜਾ ਕੌਣ ਜਮੇ ਜਿਹਦਾ ਸਤਕਾਰ ਹੋਣ ਲੱਗ ਜਵੇ ਤੇ ਹਉਮੈ ਨਾ ਕਰੇ।
ਹੰਕਾਰ ਨਾ ਪੈਦਾ ਹੋਵੇ। ਇਹ ਪਹਿਲਾ ਤ੍ਰਿਸ਼ਨਾ ਪੈਦਾ ਕਰਦੀ ਹੈ, ਦੂਜੇ ਨੰਬਰ ਤੇ ਹੰਕਾਰ ਪੈਦਾ ਕਰਦੀ ਹੈ। ਇਹੀ ਦੋ ਵੱਡੇ ਰੋਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਜਿੱਥੇ ਇਹ ਦੋ ਰੋਗ ਆ ਗਏ, ਨਾ ਉੱਥੇ ਰੱਬ ਦਿਖਣਾ ਤੈਨੂੰ, ਨਾ ਉੱਥੇ ਜਗ ਦਿਖਣਾ। ਸਾਕਤ ਜੋ ਮਾਇਆ ਦੇ ਜ਼ੋਰ ਵਿੱਚ, ਮਾਇਆ ਦੀ ਤਾਕਤ ਵਿੱਚ, ਮਾਇਆ ਦੀ ਆਸ ਵਿੱਚ ਰਹਿੰਦਾ, ਉਹਦਾ ਨਾਮ ਹੈ ਸਾਕਤ। ਸਕਤ ਮਾਇਆ ਸੰਸਕ੍ਰਿਤ ਦਾ ਸ਼ਬਦ ਹੈ। ਤਾਂ ਹੁਣ ਇਹਨੂੰ ਕਿਵੇਂ ਵਿਦਾਰਨਾ? ਇਹਨੂੰ ਗੁਰਮੁਖ ਪਿਆਰਿਓ ਸਮਾਧੀਆਂ ਲਾ ਕੇ, ਪੁੱਠੇ ਲਟਕ ਕੇ, ਧੂਣੇ ਤਾਪ ਕੇ, ਕਥਾ ਕੀਰਤਨ ਕਰਕੇ, ਜੰਗਲਾਂ ਵਿੱਚ ਜਾ ਕੇ ਤਿਆਗੀ ਬਰਾਗੀ ਬਣ ਕੇ ਨਹੀਂ ਵਿਦਾਰਨਾ ਹੁੰਦਾ। ਆਪ ਤੋਂ ਦੂਰ ਕਰ ਦੇਣਾ, ਆਪ ਤੋਂ ਪਰੇ ਕਰ ਦੇਣਾ। ਰੋਗ ਵਿਦਾਰ ਸ਼ਬਦ ਆਇਆ ਸੀ ਨਾ, ਰੋਗ ਹਟਾ ਦੇਣਾ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਵੇਂ ਹਟਾਈ? ਜਤ ਦੀ ਸੁਰ ਸੰਜੋ ਪਹਿਨ ਕੇ, ਇੰਦਰੀਆਂ ਨੂੰ ਬਸ ਵਿੱਚ ਕਰਕੇ। ਤੇ ਇੰਨੀਆਂ ਬਸ ਵਿੱਚ ਕੀਤੀਆਂ ਇੰਦਰੀਆਂ, ਐਸੀ ਸੀਲ ਸੰਤੋਖ ਦੀ ਸੰਜੋ ਪਹਿਨੀ ਕਿ ਸ੍ਰੀ ਗੁਰੂ ਅੰਗਦ ਦੇਵ ਤੋਂ 6 ਕੋ ਮਾਇਆ ਪਰੇ ਰਹਿੰਦੀ ਸੀ। 6 ਕੋ ਵਿਧਾਰ ਪਰੇ, 6 ਕੋ ਮਾਇਆ ਦਾ ਅਸਰ ਗੁਰੂ ਅੰਗਦ ਦੇਵ ਜੀ ਦੇ ਕੋਲ ਨਹੀਂ ਆਇਆ। ਜੋ ਵੀ ਦਿਨ ਵਿੱਚ ਆਉਣਾ ਬਸ ਸੰਝ ਨੂੰ ਸਮਾਪਤ ਕਰਕੇ ਹੀ ਪੈਣਾ। ਇਹ ਅੰਗਰੇਜ਼ਾਂ ਨੇ ਪਤਾ ਨਹੀਂ ਬਈ ਗੁਰੂ ਦੀ ਉਹ ਮੱਤ ਸਿੱਖੀ ਵੀ ਹੈ। ਇਹ ਵੀ ਜਿਹੜਾ ਫਰਾਈਡੇ ਨੂੰ ਚੈੱਕ ਮਿਲਦਾ ਹੈ, ਸੈਚਰਡੇ ਨੂੰ ਖਤਮ ਕਰ ਦਿੰਦੇ ਆ। ਅੱਜ ਆਖੋ ਸਤਨਾਮ, ਕੁਝ ਹੈਗਾ ਅਸਰ ਇਹਨਾਂ ਦੇ ਉੱਤੇ ਹੋਇਆ। ਇੰਡੀਆ 'ਚ ਰਹਿ ਕੇ ਆਏ ਨਾ, ਇਹ ਕਥਾ ਕੁਥਾ ਸੁਣੀ ਹੋਣੀ ਹੈ ਕਦੇ ਇਹਨਾਂ ਨੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਸ ਜੋ ਆ ਗਿਆ ਛਕਾ ਦੋ, ਰੱਖਣਾ ਨਹੀਂ। ਜੋ ਇੱਥੇ ਆਇਆ ਸਭ ਕੁਝ ਵੰਡ ਦੋ। ਉਹਨਾਂ ਨੇ ਸੰਜੋ ਪਹਿਨੀ ਜਤ ਦੀ। ਜਤ ਤੋਂ ਭਾਵ ਪੌੜੀ ਇੱਕੋ ਪੜ੍ਹ ਲਿਆ ਕਰੋ ਸਿੱਖ ਦਾ। ਜਤ ਵਿੱਚ ਆਉਂਦਾ ਮਿਥਿਆ ਨਹੀਂ ਰਸਨਾ ਪਰਸ। ਇਹ ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਇਹ ਜਤ ਹੈ ਸਿੱਖ ਦਾ ਕਿ ਪੰਜਾਂ ਦੋਖਾਂ ਤੋਂ ਰਹਿਤ ਹੋ ਜਾਣਾ। ਉਹ ਸੰਜੋ ਪਹਿਨੀ ਗੁਰੂ ਅੰਗਦ ਦੇਵ ਜੀ ਨੇ ਤੇ ਮਾਇਆ ਦਾ ਪ੍ਰਭਾਵ ਖਤਮ ਕਰ ਦਿੱਤਾ। ਕਹੋ ਕੀਰਤ ਕਲ ਸਹਾਰ, ਸਬਤ ਦੀਪ ਮਝਾਰ। ਕਲ ਸਹਾਰ ਜੀ ਭੱਟ, 17 ਹੀ ਭੱਟਾਂ ਦੇ ਵਿੱਚੋਂ ਵਿਦਵਾਨ ਭੱਟ, ਉਹ ਕਹਿੰਦੇ ਨੇ ਆਪਣੇ 16 ਨਾਦ ਦੇ ਸਾਥੀਆਂ ਨੂੰ, ਆ ਜਿਹੜੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਤੁਸੀਂ ਸੁਣ ਰਹੇ ਹੋ, ਮੈਂ ਕਰ ਰਿਹਾ, ਮੇਰੇ ਸਾਥੀਓ ਤੁਸੀਂ ਵੀ ਕਹੋ, ਤੁਸੀਂ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਕਹੋ। ਕਿਸ ਗੁਰੂ ਅੰਗਦ ਦੇਵ ਜੀ ਦੀ? ਜੋ ਸੀਤਾ ਲੈਣਾ, ਜੋ ਸੀਤਾ ਸੇਵਕ, ਭਾਂਡੇ ਮੰਜਣ ਵਾਲਾ, ਸੇਵਾ ਕਰਨ ਵਾਲਾ, ਪਰ 7 ਦੀਪਾਂ ਦੇ ਵਿੱਚ, 9 ਖੰਡਾਂ ਦੇ ਵਿੱਚ, ਆਕਾਸ਼ਾਂ ਪਤਾਲਾਂ ਦੇ ਵਿੱਚ ਲੈਣਾ ਜਗਤਰ ਗੁਰ ਪਰਸ ਮੁਰਾਰ। ਮੁਰਾਦ ਰੂਪੀ ਪਰਮੇਸ਼ਰ ਰੂਪੀ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ, ਉਹਨਾਂ ਦੀ ਆਗਿਆ। ਇਹ ਪਰਸ ਸ਼ਬਦ ਤੁਹਾਨੂੰ ਵੀ ਨਿਤ ਭਾਈ ਸਾਹਿਬ ਸੁਣਾਉਣੇ, ਪੀਤੰਬਰ ਸਿੰਘ ਜੀ, ਗਿਆਨੀ ਅਮਰੀਕ ਸਿੰਘ ਜੀ। ਦਰਸ਼ਨ ਪਰਸੇ ਗੁਰੂ ਕੇ, ਤੇ ਕੱਲੇ ਦਰਸ਼ਨਾਂ ਨੇ ਗੱਲ ਨਹੀਂ ਕਰਨੀ। ਪੀਰਮਾਲਾ ਚੱਕੋ ਤੇ ਮਹਾਰਾਜ ਦੇ ਦਰਸ਼ਨ ਹੋ ਗਏ, ਦੁੱਖ ਸੁੱਖ ਖਤਮ ਹੋ ਜਾਣਗੇ। ਅਸੀਂ ਗ੍ਰੰਥੀ ਤਾਂ 2-3 ਵਾਰ ਕਰਦੇ ਹਾਂ, ਸਾਡਾ ਸਿਰ ਦੁਖਣ ਤੇ ਨਹੀਂ ਹਟਦਾ। ਆਖੋ ਸਤਨਾਮ। ਦੇਖ ਲਓ ਸਾਡਾ ਕੀ ਹਾਲ ਹੈ। ਕੋਈ ਗੈਸ ਦੀ ਟਰਬਲ ਹੋਈ ਵੀ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋਇਆ, ਮੈਂ ਹਾਰਟ ਦਾ ਆਪਰੇਸ਼ਨ ਕਰਾਈ ਫਿਰਦਾ, ਬੜੇ ਦਰਸ਼ਨ ਕਰਦਾ ਮੈਂ ਹੁਕਮਨਾਮਾ ਲੈ ਕੇ। ਕਿਉਂ ਨਹੀਂ ਹਟੇ? ਗਾਹਾਂ ਵਾਲੀ ਚੀਜ਼ ਵੇਖੋ, ਪਰਸ ਸ਼ਬਦ ਹੈ ਨਾਲ। ਪਰਸਣਾ ਹੁੰਦਾ ਟੱਚ ਕਰਨਾ, ਛੂਹਣਾ, ਉਹਦੇ ਨਾਲ ਜੁੜਨਾ, ਉਹਨੂੰ ਕਹਿੰਦੇ ਪਰਸਣਾ। ਤੇ ਉਹ ਅਸੀਂ ਕੀਤਾ ਹੀ ਨਹੀਂ, ਕੱਲੇ ਦਰਸ਼ਨ ਕੀਤੇ। 50 ਰੁਪਏ ਦਾ ਕੈਪਸੂਲ ਲਿਆਓ, 300 ਪਾਉਂਡ ਦੀ ਕੋਈ ਲਿਆਓ ਟੀਕਾ, ਤੇ ਉਹਦੇ ਦਰਸ਼ਨ ਕਰੀ ਜਾਓ, ਜਦ ਤੱਕ ਲੱਗੂਗਾ ਨਹੀਂ ਥੋੜਾ। ਕਿਵੇਂ ਹਟਾ ਦੂਗਾ ਰੋਗ? ਕੱਲੇ ਦਰਸ਼ਨ ਨਹੀਂ, ਕੱਲੇ ਦਰਸ਼ਨਾਂ ਨੂੰ ਮੇਰੇ ਸਤਿਗੁਰਾਂ ਨੇ ਆਪ 5ਵੇਂ ਪਾਤਸ਼ਾਹ ਨੇ ਲਿਖ ਦਿੱਤਾ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਭ ਜਵਾਬ ਦੇ ਦਿੱਤਾ ਦਰਸ਼ਨਾਂ ਨੂੰ। ਦਰਸ਼ਨ ਕੀ ਕਰਨਗੇ ਜਦ ਤੂੰ ਜੁੜਿਆ ਹੀ ਨਹੀਂ? ਪਰਸਣਾ ਹੁੰਦਾ ਜੁੜਨਾ, ਟੱਚ ਕਰਨਾ, ਉਹਨੂੰ ਪਰਸ ਕਰਨਾ, ਜਿਸ ਤੋਂ ਸ਼ਬਦ ਬਣਿਆ ਸਪਾਰਿਸ਼। ਸਪਰਸ਼ ਤੋਂ ਪਰਸ ਸ਼ਬਦ ਬਣਿਆ ਛੋਟਾ, ਛੂਣਾ। ਸੋ ਗੁਰੂ ਦੇ ਦਰਸ਼ਨ ਕਰਨੇ ਹੈ, ਜੋ ਗੁਰੂ ਦਾ ਹੁਕਮਨਾਮਾ ਆਏ ਉਹਦੇ ਨਾਲ ਜੁੜਨਾ ਹੈ। ਫੇਰ ਜਨਮ ਮਰਨ ਦੁੱਖ ਜਾਏ। ਦਵਾਈ ਲਿਆਉਣੀ ਹੈ, ਡਾਕਟਰ ਕੋਲ ਜਾਣਾ ਪਊ, ਪਰ ਦਵਾਈ ਅਸਰ ਕਦ ਕਰੂਗੀ? ਜਦ ਉਹਨੂੰ ਪਰਸੇਗਾ, ਉਹਨੂੰ ਛੂਹੇਗਾ, ਉਹਨੂੰ ਇਸਤੇਮਾਲ ਕਰੇਗਾ। ਸਤਿਗੁਰ ਪਾਤਸ਼ਾਹ ਜੀ ਨੇ, ਧੰਨ ਗੁਰੂ ਬਾਬਾ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਕੱਲੇ ਦਰਸ਼ਨ ਨਹੀਂ ਕਰ ਸੇ। ਲਹਿਣਾ ਪਰਸ ਗੁਰ ਜਗਤ ਮੁਰਾਰ, ਜਗਤ ਦੇ ਬ੍ਰਹਮ, ਜਗਤ ਦੇ ਪਰਮੇਸ਼ਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਦੇਖੇ ਹੀ ਨਹੀਂ, ਮੱਥਾ ਹੀ ਨਹੀਂ ਟੇਕਿਆ, ਦਰਸ਼ਨੇ ਨਹੀਂ ਕੀਤੇ। ਲਹਿਣਾ ਜੀ ਨੇ ਪਰਸਨ ਕੀਤੇ, ਜੁੜੇ ਉਹਨਾਂ ਚਰਨਾਂ ਦੇ ਨਾਲ। ਜੋ ਹੁਕਮ ਕੀਤਾ ਸੀ ਉਹਨੂੰ ਮੰਨਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਕੇ ਬਚਨ ਮੰਨ ਕੇ ਸਾਰੇ ਜਗਤ ਦੇ ਗੁਰੂ ਗੁਰੂ ਨਾਨਕ ਦੇਵ ਦਾ ਹੀ ਰੂਪ ਬਣ ਗਏ। ਦ੍ਰਿਸ਼ਟ ਧਰਤ ਤਮ ਹਾਰਨ ਦਹਨ ਅਗ ਪਾਪ ਪ੍ਰਨਾਸ਼ਨ। ਹੁਣ ਸਾਡੇ 3 ਕਰਮ ਨੇ। ਇੱਥੇ ਇੱਕ ਨੋਟ ਰੱਖਿਓ ਭਾਈ, ਜਿਹੜਾ ਪਹਿਲਾ ਕੱਲ ਸਹਾਰ ਬਾਣੀ ਉਚਾਰ ਰਿਹਾ ਸੀ ਨਾ, ਉਹਦੀ ਬਾਣੀ ਇੱਥੇ ਸਮਾਪਤ ਹੋ ਗਈ। ਉਹਨੇ 4 ਸਵਈਏ ਉਚਾਰੇ ਗੁਰੂ ਅੰਗਦ ਦੇਵ ਜੀ ਦੇ ਬਾਰੇ। ਕੱਲ ਸਹਾਰ, ਹਰ ਸਵਈਏ ਦੇ ਪਿੱਛੇ 9 ਆਏ ਨਾ। ਤੇ ਹੁਣ ਇਸ ਤੋਂ ਅਗਲੀ ਜਿਹੜੀ ਬਾਣੀ ਹੈ ਉਹ ਕੱਲੇ ਕੱਲ ਭੱਟ ਦੀ ਹੈ। ਕਈ ਵਿਦਵਾਨਾਂ ਨੇ ਤਰੋੜ ਮਰੋੜ ਵੀ ਕੀਤਾ, ਕਹਿੰਦੇ ਕੱਲ ਸਹਾਰ ਹੀ ਕੱਲ ਸੀ, ਇਹ 2 ਨਹੀਂ ਸੀ। ਇਸੇ ਕਰਕੇ ਭੱਟਾਂ ਦੀ ਗਿਣਤੀ ਉਹ 10-11 ਵੀ ਕਰਦੇ ਨੇ। ਪਰ ਦੇਖੋ ਐਸਾ ਵਿਦਵਾਨ, ਐਸਾ ਕਵੀ ਕਿਹੜਾ ਜਿਹੜਾ ਉੱਪਰ 4 ਜਗ੍ਹਾ ਕੱਲ ਸਹਾਰ ਲਿਖਦਾ ਹੋਵੇ ਤੇ ਗਾਹਾਂ 8-9 ਜਗ੍ਹਾ ਕੱਲ ਲਿਖ ਦਵੇ? ਇਹ ਤਾਂ ਹੋ ਨਹੀਂ ਸਕਦਾ। ਜਿਹੜਾ 9 ਦਾ ਚੱਲਿਆ ਹੁੰਦਾ ਸੀ ਉਹੀ ਚੱਲਣਾ ਸੀ। ਇਸ ਤੋਂ ਸਿੱਧ ਹੁੰਦਾ ਹੈ ਇਹ ਕੱਲ ਭੱਟ ਜੁਦਾ ਹੈ, ਕੱਲ ਸਹਾਰ ਜੁਦਾ ਹੈ। ਦੂਸਰੀ ਸਿੱਧੀ ਇਸ ਤੋਂ ਮਿਲਦੀ ਹੈ, ਤੁਸੀਂ ਆਪੇ ਜਜਮੈਂਟ ਕਰ ਜਾਓਗੇ। ਉੱਪਰਲੀ ਕਵਿਤਾ ਦੀ ਵੰਨਗੀ ਵੇਖਿਓ ਤੇ ਹੁਣ ਦੀ ਵੇਖਿਓ, ਦੋਹਾਂ ਵਿੱਚ ਇੰਨਾ ਫਰਕ ਹੈ ਜ਼ਮੀਨ ਸਮਾਨ ਦਾ। ਜਿਹੜੇ ਕੱਲ ਸਹਾਰਦੇ ਨੇ ਉਹ ਸਵਈਏ ਨੇ, ਤੇ ਜਿਹੜਾ ਕੱਲ ਜੀ ਹੁਣ ਉਚਾਰ ਰਿਹਾ ਹੈ ਇਹ ਸਵਈਏ ਨਹੀਂ। ਇਹ ਚੌਪੀ ਤੋਂ ਥੋੜੀ ਜਿਹੀਆਂ ਤੁਕਾਂ ਵੱਧ ਮਾਤਰਾ ਲਾ ਕੇ ਉਹਨਾਂ ਨੇ ਬਾਣੀ ਉਚਾਰੀ ਹੈ। ਹੁਣ ਭੱਟ ਕੱਲ ਜੀ ਇਥੋਂ ਆਪਣੀ ਬਾਣੀ ਦੱਸਦੇ ਹਨ। ਦ੍ਰਿਸ਼ਟ ਧਰਤ ਤਮ ਹਾਰਨ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ, ਆਪ ਜੀ ਦੀ ਦ੍ਰਿਸ਼ਟੀ ਕੈਸੀ ਹੈ? ਜਿਸ ਉਤੇ ਦ੍ਰਿਸ਼ਟੀ ਧਾਰ ਦਿੰਨੇ ਹੋ ਤਮ ਹਾਰਨ। ਤਮ ਨਾਮ ਹੈ ਅੰਧੇਰੇ ਦਾ, ਉਹਦਾ ਅਗਿਆਨਤਾ ਦਾ ਅੰਧੇਰਾ ਨਾਸ਼ ਕਰ ਦਿੰਦੇ। ਜਿਸ ਉਤੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਦ੍ਰਿਸ਼ਟੀ ਪੈਂਦੀ ਸੀ, ਬਸ ਤੁਸੀਂ ਪੜ੍ਹਦੇ ਹੀ ਹੋ, ਕਿਰਪਾ ਕਟਾਖਾ ਅਵਲੋਕਨ ਕੀਨੋ ਦਾਸ ਕੇ ਦੁੱਖ ਬਦਾਰਿਓ, ਦਾਸ ਕਾ ਦੁੱਖ ਬਦਾਰਿਓ। ਗੁਰੂ ਗੋਬਿੰਦ ਸਿੰਘ ਦਾ ਬਚਨ ਤੁਹਾਨੂੰ ਕੱਲ ਵੀ ਸੁਣਾਇਆ ਸੀ ਦ੍ਰਿਸ਼ਟੀ ਬਾਬਤ। ਕਿਰਪਾ ਦ੍ਰਿਸ਼ਟ ਤਨ ਜਾਗੇ ਨਿਹਰ ਹੋ। ਨਿਹਰ ਹੋ ਕਹੀਏ ਦੇਖਣਾ, ਉਹੀ ਦ੍ਰਿਸ਼ਟ ਧਰਤ ਕਹਿ ਲੋ, ਨਿਹਰ ਲੋ ਕਹਿ ਲੋ। ਜਿਹਦੇ ਉੱਤੇ ਇਹ ਵਾਹਿਗੁਰੂ ਤੁਸੀਂ ਕਿਰਪਾ ਦੀ ਦ੍ਰਿਸ਼ਟੀ ਦੇਖ ਲੋ ਤਾਂ ਕਿ ਤਾਪ ਤਨ ਕਮੋ ਹਰ। ਇੱਕ ਪਲ ਵਿੱਚ ਉਹਦੇ ਆਦ ਬਿਆਦ ਉਪਾਦ ਤਿੰਨੇ ਤਾਪ ਖਤਮ ਕਰ ਦੋ। ਹੁਣ ਕੱਲ ਭੱਟ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਜਿਸ ਉੱਤੇ ਪੈ ਜਾਵੇ, ਦ੍ਰਿਸ਼ਟ ਧਰਤ ਤਾਮ ਹਾਰਨ, ਉਹ ਜਨਮਾਂ ਜਨਮਾਂ ਦੇ ਅਗਿਆਨ ਦਾ ਅੰਧੇਰਾ ਨਾਸ਼ ਕਰ ਦਿੰਦੀ ਹੈ। ਦਹਨ ਅਗ ਪਾਪ ਪ੍ਰਨਾਸ਼ਨ। ਹੋਰ ਕੀ ਕਰਦੀ ਹੈ ਦ੍ਰਿਸ਼ਟੀ? ਜਿਸ ਉੱਤੇ ਤੁਸੀਂ ਦ੍ਰਿਸ਼ਟੀ ਪਾ ਦੋ, ਦਹਨ ਕਹੀਏ ਨਾਸ਼ ਕਰ ਦੇਣਾ, ਸਾੜ ਦੇਣਾ, ਦਹਨ ਕਰਨਾ। ਅਗ ਪਾਪ ਪ੍ਰਨਾਸ਼ਨ, ਅਗ ਕਹੀਏ ਬਹੁਤ ਭਾਰੇ ਪਾਪ, ਛੋਟੇ ਨਹੀਂ। ਛੋਟਾ ਕੱਲਾ ਪਾਪ ਹੁੰਦਾ ਹੈ, ਜਿੱਥੇ ਅਗ ਪਾਪ ਆ ਜਾਵੇ ਭਾਰੇ ਬੱਜਰ ਪਾਪ ਜਿਹੜੇ ਹਨ ਉਹਨਾਂ ਨੂੰ ਕੱਲੇ ਨਾਸ਼ ਨਹੀਂ ਕਰਦੇ। ਇੱਥੇ ਸ਼ਬਦ ਆਇਆ ਪਰਨਾਸ਼ਨ। ਨਾਸ਼ਨ ਸ਼ਬਦ ਹੁੰਦਾ ਨਾਸ਼ ਕਰਨਾ, ਖਤਮ ਕਰ ਦਿੰਦਾ। ਪਰ ਕੱਲ ਸਾਹਿਬ ਜੀ ਇੱਥੇ ਪੱਪਾ ਰਾਰਾ ਨਾਲ ਲਾਉਂਦੇ ਨੇ ਪਰਨਾਸ਼ਨ। ਨਾਸ਼ ਆਪਾਂ ਬਹੁਤ ਚੀਜ਼ਾਂ ਕਰ ਦਿੰਨੇ ਆ, ਉਹ ਫੇਰ ਉਗ ਪੈਣੀ ਹੈ, ਫੇਰ ਪੈਦਾ ਹੋ ਜਾਂਦੀਆਂ ਨੇ। ਪਰਨਾਸ਼ਨ ਦਾ ਅਰਥ ਹੈ ਐਸਾ ਨਾਸ਼ ਕਰਨਾ ਕਿ ਮੁੜ ਕੇ ਪੈਦਾ ਹੀ ਨਾ ਹੋਵੇ। ਵਿਸ਼ੇਸ਼ ਰੂਪ ਵਿੱਚ ਪਰਨਾਸ਼ਨ। ਇਹ ਸਤਿਗੁਰੂ ਜੀ ਤੁਹਾਡੀ ਦ੍ਰਿਸ਼ਟੀ ਸਾਰੇ ਤਿੰਨੇ ਤਾਪਾਂ ਨੂੰ ਨਾਸ਼ ਕਰਦੀ ਹੈ ਤੇ ਜਨਮਾਂ ਜਨਮਾਂ ਦੇ ਕੀਤੇ ਖੋਟੇ ਪਾਪ ਅਗ, ਬਹੁਤ ਅਜੱਗਰ ਪਾਪ। ਕਈ ਤਾਂ ਛੋਟੇ ਪਾਪ ਹੁੰਦੇ ਨੇ ਨਾਲ ਦੀ ਨਾਲ ਮਿਲ ਜਾਂਦੇ ਨੇ, ਥੋੜੇ ਜਿਹੇ ਭਾਰੇ ਹੁੰਦੇ ਨੇ, ਉਹ 6 ਮਹੀਨੇ ਸਾਲ ਬਾਅਦ ਮਿਲ ਜਾਂਦੇ ਨੇ। ਪਰ ਕੁਝ ਐਸੇ ਵੀ ਕਰਮ ਆਪਾਂ ਕਰ ਲੈਂਦੇ ਆ ਗੁਰਮੁਖੋਂ ਭਾਰੇ, ਉਹ ਡੂੰਘੇ ਚਲੇ ਜਾਂਦੇ ਨੇ। ਜਿਵੇਂ ਡੂੰਘਾ ਗਿਆ ਹੋਇਆ ਬੀਜ ਦੇਰ ਵਿੱਚ ਉਗਦਾ ਧਰਤੀ ਵਿੱਚੋਂ, ਤੂੰ ਸਰੀਰ ਰੂਪੀ ਧਰਤੀ ਤੇ ਕੁਝ ਐਸੇ ਪਾਪਾਂ ਦੇ ਬੀਜ ਬੀਜ ਲੈਨੇ, ਇਹ ਸਰੀਰ ਦਾ ਅੰਤ ਹੋ ਜਾਂਦਾ ਤੇ ਉਹ ਅਜੇ ਜੰਮਿਆ ਨਹੀਂ, ਉਹ ਅਜੇ ਪੈਦਾ ਨਹੀਂ ਹੋਇਆ। ਉਹ ਹੁੰਦਾ ਫਿਰ ਅਗਲੇ ਜਨਮ ਵਿੱਚ। ਅੱਜ ਕੇ ਆਖੋ ਸਤ ਪੈਦਾ ਤਾਂ ਹੋਣਾ ਉਹਨੇ। ਉਹ ਹੁੰਦਾ ਅਗ ਪਾਪ, ਡੂੰਘਾ ਬੀਜ ਬੀਜਿਆ ਹੋਇਆ ਪਾਪਾਂ ਦਾ ਭਾਰਾ। ਤੂੰ ਇੱਥੋਂ ਚਲਿਆ ਜਾਣਾ, ਉਹ ਤਾਂ ਪਿਆ ਕਰਮ ਕਦੇ ਖਤਮ ਹੋਇਆ, ਉਹ ਫਿਰ ਅਗਲੇ ਜਨਮ ਵਿੱਚ। ਪਰ ਧੰਨ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ? ਜਿਸ ਉੱਤੇ ਦ੍ਰਿਸ਼ਟੀ ਪੈ ਜਾਵੇ, ਦ੍ਰਿਸ਼ਟ ਧਰਤ ਤਮ ਹਰਨ।
ਜਿਹਦੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰ ਦੋ, ਉਹਨਾਂ ਦੇ ਅਗਿਆਨਤਾ ਦੇ ਅੰਧੇਰੇ ਕੱਟ ਦੋ, ਤੇ ਫਿਰ ਉਹਦੇ ਅਗ ਪਾਪ ਜਨਮਾਂ ਜਨਮਾਂ ਦੇ ਉਹਨੂੰ ਪਰਨਾਸ਼ਨ ਕਹੀਏ, ਐਸਾ ਨਾਸ਼ ਕਰ ਦੋ ਮੁੜ ਕੇ ਪਾਪਾਂ ਦੇ ਤੂੰ ਨੇੜੇ ਹੀ ਨਾ ਜਾਵੇਂ। ਇਹਨੂੰ ਫੇਰ ਸਮਝੋ ਇੱਕ ਵਾਰ, ਐਸਾ ਨਾਸ਼ ਕਰ ਦੇਣਾ ਸਿੱਖਾਂ ਦੇ ਪਾਪਾਂ ਨੂੰ ਕਿ ਮੁੜ ਕੇ ਪਾਪ ਕਰਨ ਨੂੰ ਜੀਏ ਨਾ ਕਰਨਾ। ਅੱਜ ਕੇ ਆਖੋ ਸਤਿ, ਮੁੜ ਕੇ ਪਾਪ ਹੋਏ ਨਾ ਸਕੇ, ਉਹ ਹੈ ਪਾਪਾਂ ਦੀ ਜੜ ਪੱਟ ਦੇਣੀ। ਤੁਸੀਂ ਪੜ੍ਹਦੇ ਹੋ ਨਾ ਜਪਜੀ ਸਾਹਿਬ, ਉੱਥੇ ਵੀ ਪਾਪਾਂ ਦਾ ਜ਼ਿਕਰ ਆਇਆ, ਜਰਾ ਖਿਆਲ ਕਰ ਲੈ ਕਰੋ। ਸੁਣ ਐ ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ। ਤੇ ਪਾਪ ਇੱਥੇ ਨਾਸ ਪਰਨਾਸ਼ਨ, ਇੱਥੇ ਕੀ ਭਾਵ ਹੈ? ਇੱਥੇ ਜਦੋਂ ਸੁਣਦੇ ਹੋ ਤੁਸੀਂ ਦੁੱਖਾਂ ਦਾ ਨਾਸ਼ ਕਿਉਂ ਹੁੰਦਾ, ਇੱਥੇ ਹੀ ਸੁਣ ਲਓ, ਇੱਥੇ ਆਪਣੇ ਵੱਲ ਵੇਖ ਲਓ। ਨਾ ਸਿਰ ਦੁਖਦੇ ਦਾ ਪਤਾ ਹੈ, ਨਾ ਇੱਥੇ ਬੈਕ ਪੇਨ ਹੁੰਦੀ ਹੈ, ਨਾ ਇੱਥੇ ਬਲੱਡ ਪ੍ਰੈਸ਼ਰ ਹੈ, ਨਾ ਬੀਬੀਆਂ ਨੂੰ ਉੱਥੇ ਮਾਈਗ੍ਰੇਨ ਹੈ, ਨਹੀਂ ਮੱਥਾ ਹੀ ਦੁਖੀ ਜਾਂਦਾ ਭੈਣਾਂ ਦਾ 24 ਘੰਟੇ, ਕਹਿੰਦੇ ਮਾਈਗ੍ਰੇਨ ਹੋ ਗਈ ਇਹਨਾਂ ਨੂੰ। ਜੇ ਡਾਕਟਰਾਂ ਨੂੰ ਹੋਰ ਕੁਝ ਪਤਾ ਨਾ ਲੱਗੇ ਨਾ, ਮਾਈਗ੍ਰੇਨ ਕਹ ਕੇ ਬਸ ਹਾਰ ਦਿੰਦੇ। ਤਾਂ ਗੁਰਸਿੱਖ ਪਿਆਰਿਓ, ਇੱਥੇ ਹੁਣ ਹੀ ਨਹੀਂ, ਇੱਥੇ ਸਭ ਭੁੱਲੇ ਹੋਏ ਨੇ। ਇੱਥੇ ਕਿਉਂ ਨਹੀਂ ਦੁੱਖ ਹੋਣ? ਦੇਖੋ ਜਪਜੀ ਸਾਹਿਬ ਇੱਥੇ ਲਿਆਨੇ ਤੁਹਾਡੇ ਖਾਤਰ 6 ਕੇ ਸੈੱਟ ਪੁੱਜ ਸਕੇ, ਕਿਉਂਕਿ ਵਜਨ ਨਹੀਂ ਆਉਂਦਾ। ਪ੍ਰਬੰਧਕਾਂ ਨੇ ਕਿਹਾ ਸੀ ਜਪਜੀ ਸਾਹਿਬ ਦਾ ਟੀਕਾ ਲਿਆਉਣਾ, ਸਿਰਫ 6 ਸੈੱਟ ਪੁੱਜ ਚੁੱਕੇ ਨੇ। ਸਿਆਣੇ ਸੱਜਣ ਉਹ ਟੀਕਾ ਜ਼ਰੂਰ ਘਰ ਵਿੱਚ ਸੁਣਿਓ, ਸੁਣਾਇਓ। 40 ਟੇਪਾਂ ਵਿੱਚ ਜਪਜੀ ਸਾਹਿਬ ਦਾ ਟੀਕਾ ਟੋਰਾਂਟੋ ਹੋਇਆ ਸੀ, ਕਈ ਸਾਲ ਹੋ ਗਏ। ਉਹ ਪਿਛਲੀ ਵਾਰੀ ਪਵਿੱਤਰ ਸੁਰਾ ਨੇ ਕਿਹਾ ਸੀ ਲਿਆਇਓ, ਲਿਆਂਦਾ ਇੱਥੇ। ਉੱਥੇ ਕੀ ਭਾਵ ਹੈ ਜਪਜੀ ਸਾਹਿਬ ਦਾ? ਸੁਣ ਐ ਦੁਖ ਪਾਪ ਕਾ ਨਾਸ। ਸੁਣ ਐ ਨਾਲ ਦੁਖ ਲਾਉਣਾ ਤੇ ਪਾਪ ਨਾਸ ਨਾਲ ਲਾਉਣਾ ਜਦੋਂ ਪਾਠ ਕਰਨਾ। ਸੁਣ ਐ ਦੁਖ ਇਕੱਠਾ ਨਹੀਂ, ਸੁਣੈ ਦੁਖ ਪਾਪ ਕਾ ਨਾਸ। ਹੋ ਤਾਂ ਮਸਰੀ ਮੂੰਗੀ ਤੇ ਮਾਂ ਇਕੱਠੇ ਹੀ ਹੋ ਗਏ। ਅੱਜ ਕੇ ਆਖੋ ਸਤਿਨਾਮ, ਵਿੱਚ ਕੱਦੂ ਪਾਤਾ। ਏਦਾਂ ਨਹੀਂ ਕੰਮ ਬਣਦਾ ਹੁੰਦਾ ਪਾਠਾਂ ਦਾ, ਬਹੁਤ ਔਖਾ ਕੰਮ ਹੈ ਗੁਰਸਿੱਖ ਪਿਆਰਿਓ। ਸੁਣ ਐ ਦੁਖ ਪਾਪ ਕਾ ਨਾਸ। ਦੁੱਖਾਂ ਦਾ ਕਦੋਂ ਨਾਸ ਹੋਣਾ? ਬਹੁਤ ਸਿਆਣੇ ਸੱਜਣ ਬੈਠੇ ਹੋ। ਦਰਖਤ ਦਾ ਕਦੋਂ ਨਾਸ ਹੋਣਾ? ਜਦੋਂ ਬੀਜ ਦਾ ਨਾਸ ਹੋਵੇ। ਉੱਪਰੋਂ ਵੱਢ ਦੋ, ਬੀਜ ਧਰਤੀ ਵਿੱਚ ਗਿਰਿਆ ਫੇਰ ਜੰਮ ਪਊਗਾ। ਵੱਢ ਤਾਂ ਕਣਕ ਦੇ ਨਾਲ ਗੁਲੀ ਡੰਡਾ ਪੰਜਾਬ ਵਿੱਚ ਤਾਂ ਨਹੀਂ ਆਪਾਂ, ਨਾਲੇ ਵੱਢਤਾ ਥ੍ਰੈਸ਼ਰ ਥੀ, ਲੰਘਾਤਾ ਕੰਬਾਈਨ ਥੀ, ਅਗਲੇ ਸਾਲ ਫੇਰ ਜੰਮਿਆ, ਕਿਉਂਕਿ ਬੀਜ ਅਜੇ ਪਿਆ। ਝੰਜਣ ਤਾਂ ਵੱਢਤਾ ਕੰਬਾਈਨ ਨੇ ਧਾਨਾਂ ਦੇ ਨਾਲ, ਜੀਰੀ ਦੇ ਨਾਲ ਝੰਜਣ ਵੱਢ ਨਹੀਂ ਹੋ ਜਾਂਦਾ, ਪਰ ਦੂਏ ਸਾਲ ਕਿਉਂ ਜੰਮਦਾ ਹੈ? ਉਹ ਖੇਤ ਵਿੱਚ ਬੀਜ ਗਿਰਿਆ ਹੋਇਆ ਰਹਿ ਗਿਆ, ਉਹ ਅਗਲੇ ਸਾਲ ਜੰਮੂਗਾ। ਸੁਣਨ ਤੋਂ ਤੁਹਾਡੇ ਦੁੱਖਾਂ ਦਾ ਕਿਉਂ ਨਾਸ ਹੋਣਾ? ਦੁੱਖਾਂ ਦਾ ਨਾਸ ਬਾਅਦ ਵਿੱਚ ਹੋਣਾ, ਪਹਿਲਾਂ ਸੁਣਨ ਤੋਂ। ਜੋ ਦੁੱਖਾਂ ਦਾ ਬੀਜ ਪਾਪ ਹੈ, ਉਸ ਬੀਜ ਦਾ ਹੀ ਨਾਸ ਹੋ ਜਾਣਾ। ਅੱਜ ਕੇ ਆਖੋ ਸੁਣ ਐ ਦੁਖ ਪਾਪ ਕਾ ਨਾਸ। ਸਾਰੇ ਦੁੱਖ ਸਾਨੂੰ ਸਾਡੇ ਕੀਤੇ ਕਰਮਾਂ ਦੇ ਪਾਪਾਂ ਦੇ ਮਿਲਦੇ ਇਹਨਾਂ ਦਾ। ਜੇ ਬੀਜੇ ਨਾ ਰਿਹਾ ਤਾਂ ਬੂਟਾ ਕਿੱਥੇ ਹੋਵੇਗਾ? ਜਦੋਂ ਤੁਸੀਂ ਬਾਣੀ ਸੁਣੋਗੇ, ਕਥਾ ਕੀਰਤਨ ਸੁਣੋਗੇ, ਜਿਹੜੇ ਪਾਪ ਕਰਮ ਨੇ ਉਹ ਹਟ ਜਾਣੇ ਹੈ, ਪਾਪ ਹੋਣੇ ਹੀ ਬੰਦ ਹੋ ਜਾਣੇ ਹੈ। ਤੇ ਜੇ ਬੀਜੇ ਨਾ ਹੋਇਆ ਤੇ ਫਿਰ ਦੁੱਖ ਕਿੱਥੋਂ ਹੋਣੇ ਆ ਗੁਰਸਿੱਖ ਪਿਆਰਿਓ? ਤੇ ਜਿੰਨੇ ਦੁੱਖ ਸਾਡੇ ਬੀਜੇ ਹੋਏ ਵੱਢ ਰਹੇ ਹੈ, ਜਿਹਾ ਬੀਜੈ ਸੋਲਣੇ ਕਰਮਾ ਸੰਦਰਾ ਖੇਤ, ਜਿਹਾ ਬੀਓ ਤੇਹਾ ਫਲ ਪਾਇਆ। ਸੁਣਨ ਤੋਂ, ਕਥਾ ਕੀਰਤਨ ਸੁਣਨ ਤੋਂ ਜਿਹੜੇ ਪਾਪਾਂ ਦੇ ਬੀਜ ਨੇ, ਉਹ ਬੀਜ ਹੀ ਖਤਮ ਕਰ ਦਿੰਦਾ ਹੈ ਸਤਿਗੁਰ। ਉਹੀ ਇੱਥੇ ਅਗ ਪਾਪ ਪਰਨਾਸ਼ਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੇਰੀ ਦ੍ਰਿਸ਼ਟੀ, ਤੇਰੀ ਕਿਰਪਾ, ਤੇਰੀ ਸੰਗਤ, ਜਿਹੜੇ ਖੋਟੇ ਪਾਪਾਂ ਦੇ ਬੀਜ ਅਸੀਂ ਬੀਜਦੇ ਹਾਂ, ਪਰਨਾਸ਼ਨ ਵਿਸ਼ੇਸ਼ ਕਰਕੇ ਨਾਸ ਪਿਛਲੇ ਖਤਮ, ਤੇ ਗਾਹਾਂ ਨੂੰ ਤਨ ਰੂਪੀ ਖੇਤ ਵਿੱਚੋਂ ਬੀਜ ਹੀ ਚੁਗ ਦੇਣੇ ਹੈ, ਬੀਜ ਹੀ ਖਤਮ ਕਰ ਦੇਣੇ ਹੈ। ਤੇ ਫਿਰ ਪਾਪਾਂ ਦੇ ਬੂਟੇ ਜੰਮਣਗੇ ਕਿੱਥੋਂ? ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਨ। ਇਹ ਸ਼ਬਦ ਸੂਰ ਦੇ ਦੋ ਅਰਥ ਨੇ ਭਾਈ ਸੰਪਰਦਾ ਵਿੱਚ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਸ਼ਬਦ ਦੇ ਸੂਰਮੇ ਹੋ। ਸ਼ਬਦ ਦਾ ਸੂਰਮਾ ਪਤਾ ਕੀ ਹੁੰਦਾ? ਜਿਹੜਾ ਮੂੰਹ ਤੋਂ ਬਚਨ ਬੋਲ ਦੇਵੇ ਉਹਨੂੰ ਪਗਾ ਦੇਵੇ, ਉਹ ਹੁੰਦਾ ਬਚਨਾਂ ਦਾ ਸੂਰਮਾ ਕਹਿ ਲੋ, ਬੋਲਾਂ ਦਾ ਸੂਰਮਾ ਕਹਿ ਲੋ, ਸ਼ਬਦ ਦਾ ਸੂਰ ਕਹਿ ਲੋ। ਸ਼ਬਦ ਬਾਣੀ ਬਚਨ ਹੈ ਨਾ, ਤੁਸੀਂ ਸ਼ਬਦ ਦੇ ਸੂਰਮੇ ਹੋ। ਜੋ ਮੂੰਹ ਤੋਂ ਬਚਨ ਕਹਿੰਦੇ ਹੋ ਉਹ ਕਰਦੇ ਹੋ। ਇਹੀ ਮਰਦੀ ਨਿਸ਼ਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਰਦੀ ਨਿਸ਼ਾਨੀ ਲਿਖੀ ਹੈ। ਜੇ ਕਿਤੇ ਜਫਰਨਾਮਾ ਪੜੋ,
ਕਾਹਨੂੰ ਪੜਨਾ, ਸਦੀਕ ਦੇ ਟੱਪੇ ਹੀ ਸੁਣ ਲੈ ਕਰੋ। ਅੱਜ ਖੇ ਆਖੋ ਸਤਿਨਾਮ। ਜਫਰਨਾਮੇ ਦਾ ਊਂ ਨਹੀਂ ਪਤਾ ਰਿਹਾ ਸਿੱਖਾਂ ਨੂੰ ਹੁੰਦਾ ਕੀ ਹੈ ਜਫਰਨਾਮਾ। ਇਹ ਜਿਹਾ ਖਜ਼ਾਨਾ ਤੁਸੀਂ ਮੋਤੀਆਂ ਦਾ ਛੱਡ ਕੇ ਠੀਕਰੀਆਂ ਚੱਕੀ ਫਿਰਦੇ ਨੇ। ਐਸਾ ਕਰਮ ਸਾਡਾ ਲਾਣਾ ਵੀ ਇਹੀ ਹੈ। ਮੈਂ 4 ਇੱਧਰ ਦੀਆਂ 4 ਉੱਧਰ ਦੀਆਂ ਕਮੈਂਟਰੀ ਤੋਂ ਦੀਵਾਨ ਸ਼ੁਰੂ ਕਰ ਲਿਆ। ਇੱਕ ਬਾਰਕਿੰਗ ਦੀ ਸੁਣਾਤੀ, ਇੱਕ ਗ੍ਰੇਵਜੈਂਟ ਦੀ ਸੁਣਾਤੀ, ਇੱਕ ਗੁਰਮੁਖ ਪਿਆਰਿਓ ਬੈਡਫੋਰਡ ਦੀ ਸੁਣਾਤੀ, ਤੇ ਗਾਂ ਜਾ ਕੇ ਬਰਮਿੰਗਮ ਭੋਗ ਪਾਤਾ। ਅੱਜ ਖੇ ਆਖੋ ਸਤਿਨਾਮ। ਸਾਡੇ ਵਿੱਚ ਟੱਪੇ ਆਦ ਕੀਤੇ ਨੇ। ਐਸਾ ਖਜ਼ਾਨਾ ਨਰਮੋਲ ਕੀਰਿਆਂ ਦਾ ਤੁਸੀਂ ਛੱਡੀ ਫਿਰਦੇ ਹੋ, ਬਾਣੀ ਦਾ ਤੇ ਗੁਰ ਇਤਿਹਾਸ ਦਾ। ਕੱਚੀਆਂ ਪਿੱਲੀਆਂ ਗੱਲਾਂ ਗੁਰਸਿੱਖ ਪਿਆਰਿਓ, ਬਾਣੀ ਦੇ ਇੱਕ ਇੱਕ ਸ਼ਬਦ ਵਿੱਚੋਂ ਦੇਖੋ ਕਿੰਨਾ ਆਨੰਦ ਹੈ ਜੇ ਲੈਣਾ ਆਵੇ ਸਾਨੂੰ। ਇਹ ਤਾਂ ਹੀਰੇ ਰਤਨ ਜਵਾਹਰਾਂ ਦਾ ਖਜ਼ਾਨਾ ਦਿੱਤਾ ਸਾਨੂੰ ਗੁਰਸਿੱਖ ਪਿਆਰਿਓ। ਫਿਰ ਪੜਿਓ ਜੀ ਤੋਕ। ਸ਼ਬਦ ਸੂਰ ਬਲਵੰਤ। ਸ਼ਬਦ ਸੂਰ ਬਲਵੰਤ। ਹੈ ਗੁਰੂ ਅੰਗਦ ਦੇਵ ਜੀ, ਤੁਸੀਂ ਸ਼ਬਦ ਦੇ ਸੂਰਮੇ ਹੋ। ਸੂਰਮਾ ਕੌਣ ਹੁੰਦਾ? ਮਰਦ। ਕੌਣ ਹੁੰਦਾ? ਗੁਰੂ ਗੋਬਿੰਦ ਸਿੰਘ ਜਫਰਨਾਮੇ ਵਿੱਚ ਲਿਖਦੇ ਨੇ ਔਰੰਗਜ਼ੇਬ ਨੂੰ, ਹਮੂ ਮਰਦ ਬਾਇਦ ਸਬਦ ਸੁਖ ਨਵਰ ਨਾ ਕੇ ਸ਼ੀਕ ਮੇ ਦੀਗਰ ਦਰਦਹਾਨੇ ਦੀਗਰ। ਜਫਰਨਾਮੇ ਦੀ ਆਇਤ। ਓਏ ਰੰਗਿਆ, ਹਮੂ ਮਰਦ ਬਾਇਦ, ਮੈਂ ਉਹਨੂੰ ਮਰਦ ਮੰਨਦਾ ਹਾਂ। ਫਾਰਸੀ ਦਾ ਟ੍ਰਾਂਸਲੇਸ਼ਨ, ਹਮੂ ਮਰਦ ਬਾਇਦ, ਮੈਂ ਉਹਨੂੰ ਮਰਦ ਮੰਨਦਾ ਜੋ ਸੁਬਦ ਸੁਖਨਵਰ ਆਪਣੇ ਕੀਤੇ ਬਚਨ ਨੂੰ ਪਗਾ ਦੇਵੇ। ਦੇਖੋ ਗੁਰੂ ਗੋਬਿੰਦ ਸਿੰਘ ਮਰਦ ਦੀ ਨਿਸ਼ਾਨੀ ਦੱਸਦੇ ਨੇ। ਮਰਦ ਕੌਣ ਹੈ? ਸੂਰਮਾ ਕੌਣ ਹੈ? ਜੋ ਆਪਣੇ ਬੋਲਾਂ ਤੇ ਪਹਿਰਾ ਦੇਵੇ, ਜੋ ਮੂੰਹ ਤੋਂ ਬਚਨ ਕਰਤਾ ਉਹ ਤੋਂ ਖਿਸਕਣਾ ਨਹੀਂ, ਉਹਨੂੰ ਪੂਰਾ ਕਰ ਦੇਵੇ। ਹਮੂ ਮਰਦ ਬਾਇਦ ਸੁਬਦ ਸੁਖ ਨਵਰ। ਤੇ ਗਾਹਾਂ ਆ ਗਈ ਕਹਿਰਾਂ ਦੀ ਗੱਲ। ਉਹ ਕੌਣ ਨੇ? ਨਾ ਕਿ ਸ਼ੀਕਮੇ ਦੀਗਰ ਦਰਦਹਾਨੇ ਦੀਗਰ। ਸ਼ੀਕਮ ਕਹਿੰਦੇ ਨੇ ਫਾਰਸੀ ਵਿੱਚ ਪੇਟ ਨੂੰ, ਦਰਦਹਾਨਾ ਕਹਿੰਦੇ ਮੂੰਹ ਨੂੰ, ਦੀਗਰ ਕਹਿੰਦੇ ਦੂਜੇ ਨੂੰ। ਗੁਰੂ ਗੋਬਿੰਦ ਸਿੰਘ ਕਹਿੰਦੇ ਰੰਗਿਆ, ਜਿਹਦੇ ਪੇਟ ਵਿੱਚ ਕੁਝ ਹੋਰ ਹੈ ਤੇ ਮੂੰਹ ਦੇ ਵਿੱਚ ਕੁਝ ਹੋਰ ਹੈ, ਉਹ ਮਰਦ ਨਹੀਂ ਹੁੰਦਾ, ਕਹਿਰ ਹੁੰਦਾ ਹੈ। ਅੱਜ ਖੇ ਆਖੋ ਸਤਿਨਾਮ। ਪੇਟ ਵਿੱਚ ਗੋਲੇ ਹੋਰ ਉੱਡਦੇ ਤੇ ਮੂੰਹ ਤੋਂ ਮਿੱਠੀਆਂ ਗੱਲਾਂ ਹੋਰ ਕਰਦਾ, ਉਹ ਕੋਈ ਮਰਦ ਹੁੰਦਾ? ਇੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੱਲ ਭੱਟ ਜੀ ਕਹਿੰਦੇ ਹਨ, ਹੇ ਗੁਰੂ ਅੰਗਦ, ਤੁਸੀਂ ਸ਼ਬਦ ਸੂਰ, ਜੋ ਬਚਨ ਮੂੰਹ ਤੋਂ ਕਰਤਾ ਉਹੀ ਪੂਰਾ ਹੋ ਗਿਆ। ਉਹੀ ਕਰਦੇ ਹੋ ਜੋ ਬਚਨ ਸ਼ਬਦ ਸੂਰ। ਦੂਜਾ, ਤੁਸੀਂ ਬਾਣੀ ਦੇ ਸੂਰਮੇ ਹੋ, ਸੂਰਜ ਹੋ, ਬਚਨਾਂ ਦੇ ਸੂਰਜ ਹੋ। ਜਿੱਥੇ ਵੀ ਬਚਨ ਕਰਦੇ ਹੋ ਅਗਿਆਨ ਅੰਧੇਰਾ ਤੁਹਾਡੇ ਬਚਨ ਕੱਟ ਕੇ ਗਿਆਨ ਹੀ ਗਿਆਨ। ਕਿਉਂਕਿ ਸ਼ਬਦ ਦੁਆਰਾ ਹੀ ਸਾਨੂੰ ਗਿਆਨ ਦਿੱਤਾ ਹੈ, ਸ਼ਬਦ ਦੁਆਰਾ ਹੀ ਸਾਨੂੰ ਚੱਲਣਾ ਦਿੱਤਾ ਹੈ। ਬਲਵੰਤ ਸੂਰਮੇ ਹੋ, ਤੁਸੀਂ ਸ਼ਬਦ ਦੇ ਸੂਰਮੇ ਹੋ ਜਾਂ ਸੂਰਜ ਵਾਂਗ ਇਤਨੇ ਸੂਰਮੇ ਹੋ। ਤੁਹਾਡੇ ਬਚਨਾਂ ਵਿੱਚ ਇਤਨੀ ਰੋਸ਼ਨੀ ਹੈ, ਜਿਵੇਂ ਸੂਰਜ ਚੜੇ ਤੋਂ ਅੰਧੇਰਾ ਨੱਠ ਜਾਂਦਾ ਹੈ, ਇਸ ਤਰ੍ਹਾਂ ਤੁਹਾਡੇ ਬਚਨ ਸੁਣਨ ਤੋਂ ਅਗਿਆਨਤਾ ਦਾ ਹਨੇਰਾ ਨੱਠ ਜਾਂਦਾ ਹੈ। ਸੋ ਹੁਣ ਸਮਾਂ ਹੋ ਗਿਆ, ਇੱਥੋਂ ਹੀ ਆਪਾਂ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਵਈਏ